सत श्री अकाल दोस्तों, वेलकम टू सक्सेस ट्री। सफलता ਦੇ ਰੁੱਖ ਉੱਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੇਰਾ ਨਾਮ ਹੈ ਰੋਹਿਤ ਮੇਡਾ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਅਸੀਂ ਇੱਕ ਸੀਰੀਜ਼ ਤੁਹਾਡੇ ਲਈ ਲੈ ਕੇ ਆਏ ਹਾਂ, ਦੈਟ ਇਜ਼ ਦਾ PPSC 1000 ਮੋਸਟ ਐਕਸਪੈਕਟਡ ਕੁਐਸਚਨਸ, ਦੈਟ ਇਜ਼ ਫॉर ਦਾ PPSC ਐਗਜ਼ਾਮਸ ਦੇ ਲਈ ਜਿਹੜੇ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਦੀ ਇੱਕ ਸੀਰੀਜ਼ ਅਸੀਂ ਤੁਹਾਡੇ ਲਈ ਸਟਾਰਟ ਕੀਤੀ ਹੈ। ਇਸੇ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ ਹਿਸਟਰੀ ਦੇ 25 मोस्ट इंपॉर्टेंट क्वेश्चंस ਨੂੰ कवर करांगे। आज साडा पार्ट 4 क्लास 4th साडी स्टार्ट हो रही है। ठीक है, 3 क्लासेस ऑलरेडी हो चुके हैं, एक पॉलिटी दी, एक इकोनॉमी दी एंड एक रीजनिंग दी। 3 क्लासेस हो चुके हैं। आज साडा 4th क्लास है एंड इस दे विच ਆਪਾਂ हिस्ट्री ਦੇ 25 मोस्ट इंपॉर्टेंट क्वेश्चंस ਨੂੰ कवर करांगे। ਤਾਂ क्लास ਨੂੰ स्टार्ट ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅਗਰ ਤੁਸੀਂ ਹਾਲੇ ਤੱਕ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਣਾ ਨਹੀਂ ਭੁੱਲਣਾ। ਇਸ ਤੋਂ ਇਲਾਵਾ ਕਲਾਸ ਦੀ ਜਿਹੜੀ PDFs ਵਗੈਰਾ ਹੁੰਦੀ ਹੈ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਤੇ ਸ਼ੇਅਰ ਕਰਦੇ ਹਾਂ। ਟੈਲੀਗ੍ਰਾਮ ਦਾ ਜਿਹੜਾ ਲਿੰਕ ਹੈਗਾ ਉਹ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਉੱਥੇ ਜਾ ਕੇ ਜੁਆਇਨ ਕਰ ਸਕਦੇ ਹੋ। ਉੱਥੇ ਤੁਹਾਨੂੰ ਕਲਾਸ ਦਾ PDF ਪ੍ਰੋਵਾਈਡ ਕੀਤਾ ਜਾਂਦਾ ਹੈਗਾ। ਆਈ ਹੋਪ ਤੁਸੀਂ ਪ੍ਰੀਵੀਅਸ ਲੈਕਚਰ ਵੀ ਦੇਖੇ ਹੋਣਗੇ, ਪ੍ਰੀਵੀਅਸ ਤਿੰਨੋਂ ਵੀਡੀਓਜ਼ ਦੇਖੀਆਂ ਹੋਣਗੀਆਂ, ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਕਲਾਸਿਸ ਅਗਰ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਚਲੋ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਐਂਡ ਸਟਾਰਟ ਕਰਨ ਤੋਂ ਪਹਿਲਾਂ ਇੱਕ ਹੋਰ ਅਨਾਉਂਸਮੈਂਟ ਕਿ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਨੇ 25000 ਵੈਕੈਂਸੀਜ਼ ਅਨਾਉਂਸ ਕਰ ਦਿੱਤੀਆਂ ਨੇ ਐਂਡ ਇਹਨਾਂ ਦਾ ਐਪਲੀਕੇਸ਼ਨ ਪ੍ਰੋਸੈਸ 1 ਮਹੀਨੇ ਦੇ ਵਿੱਚ ਕੰਪਲੀਟ ਕੀਤਾ ਜਾਣਾ ਵੀ ਅਨਾਉਂਸ ਕੀਤਾ ਹੈ ਭਗਵੰਤ ਮਾਨ ਜੀ ਨੇ। ਤੇ ਮੈਂ ਅਗਰ ਇਸ ਐਗਜ਼ਾਮ ਦੇ ਮੈਟਰਸ ਦੀ ਗੱਲ ਕਰਾਂ ਤਾਂ ਜਦੋਂ ਕੋਈ ਜਿੰਨੇ ਵੀ ਪ੍ਰੀਵੀਅਸ ਐਗਜ਼ਾਮ ਪੈਂਡਿੰਗ ਪਏ ਨੇ ਇਹਨਾਂ ਨੂੰ ਬਹੁਤ ਜਲਦੀ ਕੰਡਕਟ ਕਰਵਾਇਆ ਜਾਊਗਾ। ਤਾਂ ਵੇਲਾ ਆ ਚੁੱਕਿਆ ਤਿਆਰੀ ਕਰਨ ਦਾ। ਤਾਂ ਇਸੇ ਦੇ ਲਈ ਸਾਡਾ ਕੰਟਰੀਬਿਊਸ਼ਨ ਤੇ ਆਪਾਂ ਸਟਾਰਟ ਕਰ ਰਹੇ ਹਾਂ 1000 ਮੋਸਟ ਐਕਸਪੈਕਟਡ ਕੁਐਸਚਨ ਦੀ ਇਹ ਸੀਰੀਜ਼, ਜਿਸ ਦੇ ਵਿੱਚ ਅੱਜ ਆਪਾਂ ਹਿਸਟਰੀ ਦੇ ਕੁਐਸਚਨ ਦੇਖਣ ਜਾ ਰਹੇ ਹਾਂ। ਚਲੋ ਟਾਈਮ ਨਾ ਲੈਂਦੇ ਹੋਏ ਹੁਣ ਸਟਾਰਟ ਕਰਦੇ ਹਾਂ ਹਿਸਟਰੀ ਦੇ ਕੁਐਸਚਨਸ ਨੂੰ। ਤਾਂ ਪਹਿਲਾ ਕੁਐਸਚਨ ਅੱਜ ਦਾ ਸਾਡਾ ਆ ਰਿਹਾ। ਤਾਂ ਪਹਿਲਾ ਕੁਐਸਚਨ ਕੀ ਕਹਿੰਦਾ ਹੈਗਾ, who among the following did not participate in the official events of the India Independence Day of 1947। ਦੇਖੋ ਜਦੋਂ ਭਾਰਤ ਆਜ਼ਾਦ ਹੋਇਆ 15 ਅਗਸਤ 1947 ਦਾ ਦਿਨ, ਤਾਂ 15 ਅਗਸਤ 1947 ਦੇ ਦਿਨ ਨੂੰ ਜਦੋਂ ਇੱਕ ਇਵੈਂਟ ਆਰਗੇਨਾਈਜ਼ ਕੀਤਾ ਗਿਆ, ਠੀਕ ਹੈ, ਇੱਕ ਆਫੀਸ਼ੀਅਲ ਇਵੈਂਟ ਇੱਥੇ ਇੰਡੀਆ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ। ਇਹਨਾਂ ਦੇ ਵਿੱਚੋਂ ਕਿਹੜੇ ਲੀਡਰ ਨੇ ਇੱਥੇ ਪਾਰਟਿਸਿਪੇਟ ਨਹੀਂ ਕੀਤਾ ਸੀ, ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਉੱਥੇ ਪ੍ਰੈਜ਼ੈਂਟ ਨਹੀਂ ਸੀਗਾ ਉਹ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੇ ਵਿੱਚ, ਦੈਟ ਇਜ਼ ਆਫ ਦਾ ਇੰਡੀਆ ਇੰਡੀਪੈਂਡੈਂਸ ਡੇ ਆਫ 1947। ਇਹਨਾਂ ਦੇ ਵਿੱਚੋਂ ਕਿਹੜਾ ਲੀਡਰ ਉੱਥੇ ਪ੍ਰੈਜ਼ੈਂਟ ਨਹੀਂ ਸੀਗਾ? सरदार वल्लभ भाई पटेल, डॉक्टर राजेंद्र प्रसाद, महात्मा गांधी, डॉक्टर BR अंबेडकर। हो तुसी कहोगे कि ये सारे दे सारे इदां दे दिग्गज पुरुष ने जिन्हां ने बहुत वड्डा योगदान दिता भारत दी आज़ादी दे विच। ठीक है, सारियां दा योगदान रहा, चाहे मैं गल करां वल्लभ भाई पटेल साहब दी, राजेंद्र प्रसाद जी दी गल करां, महात्मा गांधी दी गल करां, BR अंबेडकर दी गल करां, सारे इंपॉर्टेंट सीगे। बट ਇਹਨਾਂ ਦੇ ਵਿੱਚੋਂ ਇੱਕ ਪਰਸਨੈਲਿਟੀ ਇਦਾਂ ਦੀ ਸੀਗੀ ਜਿਹੜੀ ਕਿ ਇੱਥੇ ਦੇਖੋ ਇੱਕ ਪਾਸੇ ਤਾਂ ਭਾਰਤ ਆਜ਼ਾਦ ਹੋ ਰਿਹਾ ਸੀਗਾ ਬਟ ਦੂਜੇ ਪਾਸੇ ਇਹਨੂੰ ਦੋ ਹਿੱਸਿਆਂ 'ਚ ਵੰਡਿਆ ਵੀ ਗਿਆ ਸੀਗਾ। ਠੀਕ ਹੈ, ਭਾਰਤ ਤੇ ਪਾਕਿਸਤਾਨ ਦੋ ਟੁਕੜੇ ਹੋ ਗਏ ਸੀ ਇੰਡੀਆ ਦੇ। ਪਹਿਲਾਂ ਇੰਡੀਆ ਇਕੱਠਾ ਹੀ ਸੀਗਾ, ਦੋ ਟੁਕੜੇ ਹੋ ਗਏ, ਇੱਕ ਇੰਡੀਆ ਬਣ ਗਿਆ, ਇੱਕ ਪਾਕਿਸਤਾਨ ਬਣ ਗਿਆ। ਤੇ ਉਸੇ ਦੇ ਚੱਲਦੇ ਹੋਏ ਜਦੋਂ ਪਾਰਟੀਸ਼ਨ ਹੋ ਰਹੀ ਹੈ ਤੇ ਇੱਕ ਹੋ ਰਹੇ ਨੇ ਦੰਗੇ, ਰਾਈਟਸ। ਤਾਂ ਉਸੇ ਰਾਈਟਸ ਦੇ ਵਿੱਚ ਇੱਕ ਦਿਨ ਦਾ ਵਰਤ ਰੱਖਦੇ ਹੋਏ ਗਾਂਧੀ ਜੀ ਜਿਹੜੇ ਸੀਗੇ ਇੱਥੇ ਪ੍ਰੈਜ਼ੈਂਟ ਨਹੀਂ ਸੀਗੇ, महात्मा गांधी जी इत्थे प्रेजेंट नहीं सीगे। इन्होंने एक दिन का फास्ट रखा हुआ सीगा, ठीक है, जिस दे चलदे वो इत्थे प्रेजेंट नहीं सीगे। ठीक है, 24 घंटे का फास्ट रखा सीगा। कलकत्ता दे विच प्रेजेंट सीगे महात्मा गांधी जी। महात्मा गांधी जी ते इन्होंने इत्थे जिहड़ा ऑफिशियल इवेंट सीगा इंडिपेंडेंस डे दा उत्थे इन्होंने पार्टिसिपेट नहीं किया सीगा। बहुत ही वधिया क्वेश्चन सीगा। आई होप तुहानू मज़ा आया होगा इस क्वेश्चन को अटैम्प्ट करके। ठीक है, कई बच्चों को इसका आंसर नहीं पता होएगा कि इदां भी कुछ होया सीगा। जी हाँ, इदां भी होया सीगा कि महात्मा गांधी ने इस इवेंट दे विच पार्टिसिपेट नहीं किया सीगा। इन्होंने कलकत्ता दे विच 24 घंटे का एक फास्ट रखा हुआ सीगा, व्रत रखा हुआ सीगा। चलो अगे चलते हैं नेक्स्ट क्वेश्चन दे वल। ठीक है, कोई भी डाउट आया फर्स्ट क्वेश्चन दे विच तां तुसीं अपना कमेंट सैक्शन दे विच अपना डाउट पूछ सकते हो। आपां नेक्स्ट क्वेश्चन ते चलदे हां। नेक्स्ट क्वेश्चन सैकंड क्वेश्चन साडा आज दा, इन विच ऑफ द फॉलोइंग कांग्रेस सेशंस द इंडियन नैशनल कांग्रेस डिक्लेयर्ड द पूर्ण स्वराज। इन्हां दे विचों कांग्रेस दा किहड़ा सैशन सीगा, इंडियन नैशनल कांग्रेस दा किहड़ा सैशन सीगा जिस दे विच पूर्ण स्वराज दी गल कीती गई? पूर्ण स्वराज, ठीक है, पूर्ण स्वराज की मंग इत्थे कीती गई सीगी। तो देखो पूर्ण स्वराज की अगर मैं गल करदा तो यह सीगा साडा लाहौर सैशन ऑफ 1929। लाहौर सैशन 1929 दे विच इसकी शुरुआत होंदी है। उस तो बाद 26 जनवरी 1930 दे विच इसका पूरी तरह डिमांड किया जाता है कि सानू की चाहिए, पूर्ण स्वराज चाहिए। पूर्ण स्वराज इंडियन नेशनल कांग्रेस पूरी तरह मंग करती है, सानू की चाहिए है 26 जनवरी 1930 दे विच दैट इज पूर्ण स्वराज। इसे दे चलते हुए ताकि लोग जिहड़ा पूर्ण स्वराज की इस डेट नूं भुल ना जाण, 26 जनवरी 1930 की डेट नूं भुल ना जाण, इसे लिए साडा जिहड़ा रिपब्लिक डे हैगा, साडा जिहड़ा कॉन्स्टिट्यूशन हैगा ਉਹਨੂੰ ਇੰਪਲੀਮੈਂਟੇਸ਼ਨ ਦੇ ਵਿੱਚ 26 ਜਨਵਰੀ 1950 ਨੂੰ ਲੈ ਕੇ ਆਏ ਸੀਗੇ ਤਾਂ ਕਿ ਬਿਕੋਜ਼ ਇਸੇ ਦਿਨ ਇੱਥੇ ਪੂਰਨ ਸਵਰਾਜ ਦੀ ਮੰਗ ਇੱਥੇ ਇੰਡੀਅਨ ਨੈਸ਼ਨਲ ਕਾਂਗਰਸ ਅਸੈਂਬਲੀ ਨੇ ਪਾਸ ਕੀਤੀ ਸੀਗੀ। ਚਲੋ ਜੀ
आई होप ਤੁਹਾਨੂੰ ਕਲੀਅਰ ਹੋ ਗਿਆ ਹੋਗਾ। ਮੈਂ ਬਾਕੀ ਦੇ ਤੁਹਾਨੂੰ ਇੱਥੇ ਸੈਸ਼ਨ ਦੱਸਣਾ ਚਾਹੂੰਗਾ ਤਾਂ ਕਿ ਤੁਹਾਡੇ ਪੇਪਰ ਪੁਆਇੰਟ ਆਫ View ਤੋਂ ਤੁਹਾਨੂੰ ਕਲੀਅਰ ਰਹਿਣ, ਠੀਕ ਹੈ। ਬਾਕੀ ਦੇ ਸੈਸ਼ਨ ਮੈਂ ਇੱਥੇ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ। ਬੇਸਿਕਲੀ ਮੈਂ ਸੈਸ਼ਨ ਦੀ ਸ਼ੁਰੂਆਤ ਕਰ ਰਿਹਾ 1901 ਤੋਂ। 16 ਸੈਸ਼ਨ ਜਿਹੜੇ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਹ ਸਨ 1900 ਤੱਕ ਹੋ ਚੁੱਕੇ ਸੀਗੇ। ਮੈਂ ਇੱਥੇ ਤੁਹਾਨੂੰ 1901 ਤੋਂ ਲੈ ਕੇ ਦਿਖਾ ਰਿਹਾ ਹਾਂ। 1901 ਤੋਂ ਲੈ ਕੇ ਮਤਲਬ 17 ਸੈਸ਼ਨ ਜਿਹੜਾ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਹੋਇਆ ਸੀਗਾ। 1901 ਦੇ ਵਿੱਚ ਕਿੱਥੇ ਹੋਇਆ ਸੀ? ਕਲਕੱਤਾ ਦੇ ਵਿੱਚ, ਐਂਡ ਇੱਥੇ ਉਸਦੇ ਪ੍ਰੈਜ਼ੀਡੈਂਟ ਸੀਗੇ ਦਿਨ ਸ਼ਾਹ ਵਾਚਾ ਸਾਹਿਬ। ਉਸ ਤੋਂ ਬਾਅਦ 1902 ਦੇ ਵਿੱਚ ਸੈਕਿੰਡ ਹੁੰਦਾ ਹੈਗਾ ਅਹਿਮਦਾਬਾਦ ਦੇ ਵਿੱਚ, ਜਿਹੜੇ ਸੁਰਿੰਦਰਨਾਥ ਬੈਨਰਜੀ 18ਵਾਂ ਸੈਸ਼ਨ ਸੀਗਾ ਇਹ। ਉਸ ਤੋਂ ਬਾਅਦ 1903 ਦੇ ਵਿੱਚ ਮਦਰਾਸ 'ਚ ਹੋਇਆ, ਲਾਲ ਮੋਹਨ ਘੋਸ਼ ਇਸ ਦੇ ਪ੍ਰੈਜ਼ੀਡੈਂਟ ਸੀਗੇ। 19ਵਾਂ ਸੈਸ਼ਨ ਸੀਗਾ। ਉਸ ਤੋਂ ਬਾਅਦ 20ਵਾਂ ਸੈਸ਼ਨ ਹੋਇਆ ਸਰ ਹੈਨਰੀ ਕਾਟਨ ਦੀ ਕਮਾਂਡ ਦੇ ਵਿੱਚ ਬੰਬੇ ਦੇ ਵਿੱਚ। ਉਸ ਤੋਂ ਬਾਅਦ 21ਵਾਂ ਸੈਸ਼ਨ ਗੋਪਾਲ ਕ੍ਰਿਸ਼ਨ ਗੋਖਲੇ ਦੀ ਕਮਾਂਡ 'ਚ ਹੋਇਆ ਬਨਾਰਸ ਦੇ ਵਿੱਚ। 22ਵਾਂ ਸੈਸ਼ਨ ਜਿਹੜਾ ਸੀਗਾ ਦਾਦਾ ਭਾਈ ਨਰੋਜੀ ਦੀ ਕਮਾਂਡ 'ਚ ਹੋਇਆ ਸੀਗਾ ਕੈਲਕਟਾ ਦੇ ਵਿੱਚ। ਉਸ ਤੋਂ ਬਾਅਦ 23rd ਸੈਸ਼ਨ ਜਿਹੜਾ ਸੀਗਾ ਇਹਨੂੰ ਸਸਪੈਂਡ ਕੀਤਾ ਗਿਆ ਸੀਗਾ ਰਾਜ ਬਿਹਾਰੀ ਘੋਸ਼ ਦੀ ਕਮਾਂਡ ਦੇ ਵਿੱਚ। ਇਹਨੂੰ ਕੰਡਕਟ ਕੀਤਾ ਗਿਆ ਸੀਗਾ ਸੂਰਤ ਦੇ ਵਿੱਚ 1907 ਦੇ ਵਿੱਚ। ਉਸ ਤੋਂ ਬਾਅਦ 23rd ਪਹਿਲਾ ਵਾਲਾ ਸੈਸ਼ਨ ਸਸਪੈਂਡ ਹੋ ਗਿਆ ਸੀਗਾ, ਇਸ ਵਾਸਤੇ 23rd ਸੈਸ਼ਨ ਦੁਬਾਰਾ ਹੋਇਆ ਸੇਮ ਵਿਦ ਦ ਸੇਮ chairmanship of the same president, that is the ਰਾਜ ਬਿਹਾਰੀ ਘੋਸ਼, ਬਟ ਇਸ ਦਾ ਜਿਹੜਾ ਸੈਸ਼ਨ ਸੀਗਾ 1908 ਦੇ ਵਿੱਚ ਮਦਰਾਸ ਦੇ ਵਿੱਚ ਹੋਇਆ ਸੀਗਾ। ਉਸ ਤੋਂ ਬਾਅਦ ਨੈਕਸਟ ਸੈਸ਼ਨ 24th ਸੈਸ਼ਨ ਹੋਇਆ ਮਦਨ ਮੋਹਨ ਮਲਵੀਆ ਦੀ ਕਮਾਂਡ ਦੇ ਵਿੱਚ ਲਾਹੌਰ ਦੇ ਵਿੱਚ 1909 ਦੇ ਵਿੱਚ। ਉਸ ਤੋਂ ਬਾਅਦ 25ਵਾਂ ਸੈਸ਼ਨ ਜਿਹੜਾ ਸੀਗਾ ਇਹ ਸਰ ਵਿਲੀਅਮ ਦੀ ਕਮਾਂਡ ਦੇ ਵਿੱਚ ਹੋਇਆ ਸੀ ਇਲਾਹਾਬਾਦ ਦੇ ਵਿੱਚ 1910 ਦੇ ਵਿੱਚ। ਉਸ ਤੋਂ ਬਾਅਦ 26ਵਾਂ ਸੈਸ਼ਨ ਜਿਹੜਾ ਸੀਗਾ ਇਹ ਬਿਸ਼ਨ ਨਾਰਾਇਣ ਦਰ ਦੀ ਕਮਾਂਡ ਦੇ ਵਿੱਚ ਹੋਇਆ ਸੀਗਾ ਕੈਲਕਟਾ ਦੇ ਵਿੱਚ 1911 ਦੇ ਵਿੱਚ। ਉਸ ਤੋਂ ਬਾਅਦ 27ਵਾਂ ਸੈਸ਼ਨ ਜਿਹੜਾ ਸੀਗਾ ਰਘੁਨਾਥ ਨਰਸਿਨਾ ਮਧੁਲਕਰ ਦੀ ਕਮਾਂਡ ਦੇ ਵਿੱਚ ਹੋਇਆ ਸੀਗਾ ਬਾਂਕੀਪੁਰ ਦੇ ਵਿੱਚ 1912 ਦੇ ਵਿੱਚ। ਅੱਗੇ ਗੱਲ ਕਰੀਏ ਤਾਂ 1913 ਦੇ ਵਿੱਚ ਕਰਾਚੀ ਸੈਸ਼ਨ ਹੁੰਦਾ ਹੈ ਨਵਾਬ ਸੈਦ ਮੁਹੰਮਦ ਬਹਾਦੁਰ ਦੀ ਕਮਾਂਡ ਦੇ ਵਿੱਚ 28ਵਾਂ ਸੈਸ਼ਨ ਸੀਗਾ। ਉਸ ਤੋਂ 29ਵਾਂ ਸੈਸ਼ਨ ਭੁਪਿੰਦਰ ਨਾਥ ਬੋਸ ਮਦਰਾਸ ਦੇ ਵਿੱਚ। ਉਸ ਤੋਂ ਬਾਅਦ ਸਤਿੰਦਰ ਪ੍ਰਸੰਨ ਸਿਨਹਾ ਦੀ ਕਮਾਂਡ ਦੇ ਵਿੱਚ 30ਵਾਂ ਸੈਸ਼ਨ ਹੁੰਦਾ ਬੰਬੇ ਦੇ ਵਿੱਚ। 31ਵਾਂ ਸੈਸ਼ਨ ਹੁੰਦਾ ਅੰਬਿਕਾ ਚਰਨ ਮਜੂਮਦਾਰ ਦੀ ਕਮਾਂਡ ਦੇ ਵਿੱਚ ਲਖਨਊ ਦੇ ਵਿੱਚ, ਅਗੇਨ ਅ ਇੰਪੋਰਟੈਂਟ ਸੈਸ਼ਨ। ਉਸ ਤੋਂ ਬਾਅਦ 32ਵਾਂ ਸੈਸ਼ਨ ਹੁੰਦਾ ਐਨ.ਏ. ਬਸੰਤ ਦੀ ਕਮਾਂਡ ਦੇ ਵਿੱਚ ਕਲਕੱਤਾ ਦੇ ਵਿੱਚ 1917 ਦੇ ਵਿੱਚ। ਐਂਡ 33ਵਾਂ ਸੈਸ਼ਨ ਹੁੰਦਾ ਹੈ ਮਦਨ ਮੋਹਨ ਮਾਲਵੀਆ ਦੀ ਕਮਾਂਡ ਦੇ ਵਿੱਚ ਦਿੱਲੀ ਦੇ ਵਿੱਚ 1918 ਦੇ ਵਿੱਚ। ਉਸ ਤੋਂ 1918 ਦੇ ਵਿੱਚ ਇੱਕ ਹੋਰ ਸੈਸ਼ਨ ਵੀ ਹੋਇਆ ਸੀਗਾ, ਇਹਨੂੰ ਸਪੈਸ਼ਲ ਸੈਸ਼ਨ ਕਿਹਾ ਜਾਂਦਾ, ਇਹਨੂੰ ਸਪੈਸ਼ਲ ਸੈਸ਼ਨ ਕਿਹਾ ਜਾਂਦਾ ਹੈ। ਇਹ ਬੰਬੇ ਦੇ ਵਿੱਚ ਹੋਇਆ ਸੀਗਾ ਰਮੇਸ਼ ਚੰਦਰ ਦੱਤ ਦੀ ਕਮਾਂਡ 'ਚ। ਰਮੇਸ਼ ਚੰਦਰ ਦੱਤ ਇਸ ਦੇ ਪ੍ਰੈਜ਼ੀਡੈਂਟ ਸੀਗੇ। ਉਸ ਤੋਂ ਬਾਅਦ 34ਵਾਂ ਸੈਸ਼ਨ ਹੁੰਦਾ ਹੈਗਾ ਮੋਤੀ ਲਾਲ ਨਹਿਰੂ ਜੀ ਦੀ ਕਮਾਂਡ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 1919 ਦੇ ਵਿੱਚ, ਠੀਕ ਹੈ, ਜਲਿਆਂਵਾਲਾ ਬਾਗ ਦੇ ਕਾਂਡ ਤੋਂ ਬਾਅਦ। ਉਸ ਤੋਂ ਬਾਅਦ ਨਾਗਪੁਰ ਦੇ ਵਿੱਚ 1920 ਦੇ ਵਿੱਚ ਅਗਲਾ ਹੁੰਦਾ ਹੈਗਾ ਸੀ ਵਿਜੈ ਰਾਘਵ ਵਿੱਚ ਚਰਿਆਰ ਦੀ ਕਮਾਂਡ ਦੇ ਵਿੱਚ 35ਵਾਂ ਸੈਸ਼ਨ। ਉਸ ਤੋਂ ਬਾਅਦ 36ਵਾਂ ਸੈਸ਼ਨ ਹੁੰਦਾ ਹੈਗਾ ਹਕੀਮ ਅਜਮਲ ਖਾਨ ਦੀ ਕਮਾਂਡ ਦੇ ਵਿੱਚ ਅਹਿਮਦਾਬਾਦ ਦੇ ਵਿੱਚ। ਉਸ ਤੋਂ ਬਾਅਦ 37ਵਾਂ ਸੈਸ਼ਨ ਹੁੰਦਾ ਹੈਗਾ ਦੇਸ਼ ਬੰਧੂ ਚਿਤਰੰਜਨ ਦਾਸ ਦੀ ਕਮਾਂਡ ਦੇ ਵਿੱਚ ਗਿਆ ਦੇ ਵਿੱਚ 1922 ਦੇ ਵਿੱਚ। ਉਸ ਤੋਂ ਬਾਅਦ ਸਪੈਸ਼ਲ ਸੈਸ਼ਨ ਇੱਕ ਕੰਡਕਟ ਕੀਤਾ ਗਿਆ ਸੀਗਾ 1923 ਦੇ ਵਿੱਚ ਦਿੱਲੀ ਦੇ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਦੀ ਕਮਾਂਡ ਦੇ ਵਿੱਚ। ਉਸ ਤੋਂ ਬਾਅਦ 1924 ਦੇ ਵਿੱਚ ਹੁੰਦਾ ਹੈਗਾ ਬੈਲਾਗਾਂਵ ਦੇ ਵਿੱਚ ਮਹਾਤਮਾ ਗਾਂਧੀ ਦੇ ਦੁਆਰਾ 39ਵਾਂ ਸੈਸ਼ਨ ਕਲੀਅਰ। ਉਸ ਤੋਂ ਬਾਅਦ ਹੋਰ ਸੈਸ਼ਨ ਇੱਥੇ ਸਾਡੇ ਕੋਲ ਆਉਂਦੇ ਨੇ 41ਵਾਂ ਸੈਸ਼ਨ ਸ਼੍ਰੀਨਿਵਾਸ ਲੈਂਗ ਯਨਗਰ ਗੁਵਾਹਾਟੀ ਦੇ ਵਿੱਚ। ਉਸ ਤੋਂ ਬਾਅਦ 42ਵਾਂ ਸੈਸ਼ਨ ਐਮ.ਏ. ਅੰਸਾਰੀ ਮਦਰਾਸ। ਉਸ ਤੋਂ ਬਾਅਦ 43ਵਾਂ ਸੈਸ਼ਨ ਮੋਤੀ ਲਾਲ ਨਹਿਰੂ 1929 ਦੇ ਵਿੱਚ ਹੋਇਆ ਸੀਗਾ। ਬੇਸਿਕਲੀ 29 ਦਸੰਬਰ 1928 ਤੋਂ ਲੈ ਕੇ 1 ਜਨਵਰੀ 1929 ਤੱਕ ਕਲਕੱਤਾ ਦੇ ਵਿੱਚ ਇਹਨੂੰ ਕੰਡਕਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਅੱਗੇ ਗੱਲ ਕਰਾਂ 44ਵਾਂ ਸੈਸ਼ਨ ਸੀਗਾ ਪੰਡਿਤ ਜਵਾਹਰ ਲਾਲ ਨਹਿਰੂ ਦਾ, ਠੀਕ ਹੈ, ਪੰਡਿਤ ਜਵਾਹਰ ਲਾਲ ਨਹਿਰੂ ਸੀਗੇ, ਇਹਨਾਂ ਨੇ ਹੈਡ ਕੀਤਾ ਸੀਗਾ ਲਾਹੌਰ ਦੇ ਵਿੱਚ ਹੋਇਆ। ਉਸ ਤੋਂ ਬਾਅਦ 45ਵਾਂ ਸੈਸ਼ਨ ਸੀਗਾ ਵੱਲਭ ਭਾਈ ਪਟੇਲ ਦੀ ਕਮਾਂਡ ਦੇ ਵਿੱਚ ਕਰਾਚੀ ਦੇ ਵਿੱਚ ਹੋਇਆ 1931 ਦੇ ਵਿੱਚ। ਉਸ ਤੋਂ ਬਾਅਦ 47ਵਾਂ ਸੈਸ਼ਨ ਦਿਲੀ ਸੈਨ ਗੁਪਤਾ ਦੀ ਕਮਾਂਡ ਦੇ ਵਿੱਚ ਹੋਇਆ ਕਲਕੱਤਾ ਦੇ ਵਿੱਚ। ਉਸ ਤੋਂ ਬਾਅਦ 48ਵਾਂ ਸੈਸ਼ਨ ਰਾਜਿੰਦਰ ਪ੍ਰਸਾਦ ਦੀ ਕਮਾਂਡ ਦੇ ਵਿੱਚ ਬੰਬੇ ਦੇ ਵਿੱਚ ਹੋਇਆ। ਉਸ ਤੋਂ ਬਾਅਦ 49ਵਾਂ ਜਵਾਹਰ ਲਾਲ ਨਹਿਰੂ, 50ਵਾਂ ਵੀ ਜਵਾਹਰ ਲਾਲ ਨਹਿਰੂ ਬਟ ਉਹ ਲਖਨਊ 'ਚ ਹੋਇਆ ਤੇ ਉਹ ਫੈਜ਼ਪੁਰ 'ਚ ਹੋਇਆ। ਉਸ ਤੋਂ ਬਾਅਦ 51st ਸੁਭਾਸ਼ ਚੰਦਰ ਬੋਸ ਦੀ ਕਮਾਂਡ ਦੇ ਵਿੱਚ ਹਰੀਪੁਰਾ ਦੇ ਵਿੱਚ। 52nd ਵੀ ਸੁਭਾਸ਼ ਚੰਦਰ ਬੋਸ ਦੀ ਕਮਾਂਡ ਦੇ ਵਿੱਚ ਤ੍ਰਿਪੁਰਾ ਦੇ ਵਿੱਚ। ਉਸ ਤੋਂ ਬਾਅਦ 53rd ਅਬਦੁਲ ਕਲਾਮ ਆਜ਼ਾਦ ਦੀ ਕਮਾਂਡ ਦੇ ਵਿੱਚ ਰਾਮਗੜ੍ਹ ਦੇ ਵਿੱਚ ਹੋਇਆ ਸੀਗਾ। ਉਸ ਤੋਂ ਬਾਅਦ 54th JB ਕ੍ਰਿਪਲਾਨੀ ਜੀ ਦੀ ਕਮਾਂਡ ਦੇ ਵਿੱਚ ਮੇਰਠ ਦੇ ਵਿੱਚ ਹੋਇਆ ਕਲੀਅਰ। ਇਹ ਸੈਸ਼ਨ ਸੀਗੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਜਿਹੜੇ ਕਿ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਆਈ ਹੋਪ ਤੁਹਾਨੂੰ ਸਮਝ ਦੇ ਵਿੱਚ ਆ ਗਏ ਹੋਣਗੇ, ਤੁਹਾਨੂੰ ਇਹਨਾਂ ਬਾਰੇ ਪਤਾ ਲੱਗ ਗਿਆ ਹੋਵੇਗਾ। ਚਲੋ ਜੀ ਅੱਗੇ ਚੱਲਦੇ ਹਾਂ। ਨੈਕਸਟ ਸਾਡਾ ਜਿਹੜਾ ਕੁਐਸਚਨ ਹੈਗਾ ਉਸ ਤੇ ਚੱਲਦੇ ਹਾਂ। ਤੁਹਾਡਾ ਥਰਡ ਕੁਐਸਚਨ, ਹੂ ਅਮੰਗ ਦਾ ਫਾਲੋਇੰਗ ਪਲੇਡ ਸ਼ਹਿਨਾਈ ਐਟ ਦਾ ਸੈਲੀਬ੍ਰੇਸ਼ਨ ਆਫ ਦਾ ਇੰਡੀਆ ਇੰਡੀਪੈਂਡੈਂਸ ਡੇ ਆਫ 1947। 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੁੰਦਾ ਹੈਗਾ ਤਾਂ ਰੈੱਡ ਫੋਰਟ ਤੇ ਜਦੋਂ ਇਵੈਂਟ ਆਰਗੇਨਾਈਜ਼ ਕੀਤਾ ਜਾਂਦਾ, ਝੰਡਾ ਲਹਿਰਾਇਆ ਜਾਂਦਾ, ਉਸ ਮੌਕੇ ਤੇ ਇਹਨਾਂ ਦੇ ਵਿੱਚੋਂ ਕਿਹੜਾ ਪਲੇਅਰ ਸੀਗਾ ਜਿਹਨੇ ਸ਼ਹਿਨਾਈ ਵਜਾਈ ਸੀਗੇ? ਇਹ ਇੰਡੀਆ ਦੇ ਬਹੁਤ ਹੀ ਫੇਮਸ ਪਲੇਅਰ ਨੇ, ਬਹੁਤ ਹੀ ਫੇਮਸ ਸ਼ਹਿਨਾਈ ਬਜਾਉਣ ਵਾਲੇ ਪਲੇਅਰ ਸੀਗੇ ਇਹ, ਠੀਕ ਹੈ। 4 ਆਪਸ਼ਨਸ ਨੇ ਸਾਡੇ ਕੋਲ, ਅਲੀ ਅਹਿਮਦ ਹੁਸੈਨ ਖਾਨ, ਬਿਸਮਿल्ला ਖਾਨ, ਮਧੂਕਰ, ਤੁਮਲ, ਅਹਿਮਦ ਅਲੀ। ਦੇਖੋ ਇਹ ਜਿਹੜੀ ਪਰਸਨੈਲਿਟੀ ਸੀਗੀ ਇਹ ਮੁਸਲਮਾਨ ਸੀਗੇ, ਸ਼ਈਆ ਮੁਸਲਿਮ ਸੀਗੇ, ਬਟ ਇਹ ਸਰਸਵਤੀ ਦੀ ਪੂਜਾ ਕਰਦੇ ਸੀਗੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਸ਼ਹਿਨਾਈ ਵਜਾਉਣ ਦੀ ਕਲਾ ਸੀਗੀ ਉਹ ਬਹੁਤ ਵਧੀਆ ਸੀਗੀ। ਦੈਟ ਇਜ਼ ਬਿਸਮਿल्ला
ਖਾਨ ਸਾਹਿਬ। ਤਾਂ ਬਿਸਮਿਲ੍ਲਾ ਖਾਨ ਜੀ ਇਹ ਇੱਦਾਂ ਦੀ ਪਰਸਨੈਲਿਟੀ ਸੀਗੇ ਜਿਨ੍ਹਾਂ ਨੇ ਇੱਥੇ ਸ਼ਹਿਨਾਈ ਵਜਾਈ ਸੀਗੀ ਇੰਡੀਆ ਇੰਡੀਪੈਂਡੈਂਸ ਡੇ ਦੇ ਵਿੱਚ 1947 ਦੇ ਵਿੱਚ। ਇਹ ਪਹਿਲੇ ਇੰਡੀਅਨ ਸੀਗੇ ਜਿਨ੍ਹਾਂ ਨੇ ਦੇਸ਼ ਨੂੰ ਵਧਾਈ ਦਿੱਤੀ ਸੀਗੀ ਸ਼ਹਿਨਾਈ ਵਜਾ ਕੇ ਮਿਊਜ਼ਿਕ ਵਜਾ ਕੇ। नेक्स्ट क्वेश्चन पे पाने द फर्स्ट प्राइम मिनिस्टर जवाहरलाल नेहरू रेज द इंडियन नेशनल फ्लैग ऑन 15th of August 1947 which of the following gates of the Red Fort? क्लियर। अगेन अ वेरी इंटरेस्टिंग क्वेश्चन, ਤੁਸੀਂ ਸੁਣਿਆ ਹੋਵੇਗਾ ਇਦਾਂ ਦਾ क्वेश्चन, ठीक है। ਤੁਸੀਂ सोच सकते हो कि पेपर ਦੇ ਵਿੱਚ क्वेश्चंस ਆਪਾਂ ਕਿੰਨੇ ਇੰਟरेस्टिंग क्वेश्चंस ਦਾ डिस्कशन कर रहे हैं। 15 ਅਗਸਤ 1947 ਨੂੰ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲੀ ਵਾਰੀ ਝੰਡਾ ਲਹਿਰਾਉਂਦਾ ਹੈਗਾ ਰੈੱਡ ਫੋਰਟ ਦੇ ਵਿੱਚ। बट रैड फोर्ट के किहड़े दरवाजे तो झंडा लहराएगा? रैड फोर्ट के कितने दरवाजे ने? तो मैं तुहानूं दसदा कि रैड फोर्ट के 2 दरवाजे ने, ठीक है। बाकी ऑप्शंस इदां ने, रैड फोर्ट के 2 दरवाजे ने, लाहौरी गेट ते दिल्ली गेट। लाहौरी गेट ते दिल्ली गेट, रैड फोर्ट के 2 ही दरवाजे ने। तो ये जिहड़ा झंडा सीगा ये लाहौरी गेट ते लहराया गया सीगा। लाहौरी गेट ते इस झंडे नूं लहराया गया सीगा। लाहौरी गेट ते इस झंडे नूं लहराया गया सीगा बाय द प्राइम मिनिस्टर ऑफ इंडिया, बाय द फर्स्ट प्राइम मिनिस्टर ऑफ इंडिया ऑन 15th of August 1947 बाय JL नेहरू। क्लियर जी, आई होप तुहानूं पता लग गया होगा। अगे चलते हैं, ठीक है। नैक्सट साडे क्वेश्चन वाल चलते हैं। नैक्सट क्वेश्चन साडा आ गया अज दा 5वां क्वेश्चन, हू अमंग द फॉलोइंग रिटेन्ड एज द हेड ऑफ स्टेट अंटिल इंडिया ट्रांसलेट अ फुल रिपब्लिक? देखो 15 अगस्त 1947 ਨੂੰ ਭਾਰਤ ਆਜ਼ਾਦ ਹੁੰਦਾ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੁੰਦਾ ਹੈਗਾ ਐਂਡ ਇੰਡੀਆ ਰਿਪਬਲਿਕ ਬਣਦਾ ਹੈਗਾ 26 ਜਨਵਰੀ 1950 ਨੂੰ। 26 ਜਨਵਰੀ 1950 ਨੂੰ ਇੰਡੀਆ ਬਣਦਾ ਹੈਗਾ ਰਿਪਬਲਿਕ ਆਫ ਇੰਡੀਆ। ਤਾਂ ਬੇਸਿਕਲੀ ਕੁਐਸਚਨ ਕੀ ਪੁੱਛ ਰਿਹਾ ਹੈਗਾ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਜਦੋਂ ਤੱਕ ਇੰਡੀਆ ਫੁੱਲ ਰਿਪਬਲਿਕ ਬਣਿਆ ਉਸ ਬਿਟਵੀਨ ਤੇ ਇੰਡੀਆ ਦਾ ਜਿਹੜਾ ਹੈਡ ਆਫ ਸਟੇਟ ਸੀਗਾ ਉਹ ਕੌਣ ਸੀਗਾ? ਇੰਡੀਆ ਦਾ ਜਿਹੜਾ ਹੈਡ ਆਫ ਸਟੇਟ ਸੀਗਾ ਉਹ ਕੌਣ ਸੀਗਾ? ਇੱਥੇ ਕੁਐਸਚਨ ਇਸ ਤਰ੍ਹਾਂ ਦਾ ਰੇਜ਼ ਕੀਤਾ ਜਾ ਰਿਹਾ। ਤਾਂ ਇੰਡੀਆ ਦਾ ਹੈਡ ਆਫ ਸਟੇਟ ਉਸ ਟਾਈਮ ਤੱਕ ਉਹੀ ਸੀਗਾ ਜਿਹੜਾ ਕਿ ਉੱਥੇ ਯੂਕੇ ਦੇ ਵਿੱਚ ਰਾਜਾ ਸੀਗਾ। ਯੂਕੇ ਦੇ ਵਿੱਚ ਰਾਜਾ ਸੀਗਾ, ਇਹਨਾਂ ਦਾ ਨਾਮ ਸੀਗਾ ਕਿੰਗ ਜਾਰਜ 6। किंग जॉर्ज 6 जो कि 1936 ਦੇ ਵਿੱਚ ਰਾਜਾ ਬਣੇ ਸੀਗੇ, ਕਿੰਗ ਬਣੇ ਸੀਗੇ ਤੇ 1952 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ। 1952 ਦੇ ਵਿੱਚ ਇਹਨਾਂ ਦੀ ਡੈਥ ਇੱਥੇ ਹੋ ਗਈ ਸੀਗੀ, ਠੀਕ ਹੈ ਜੀ। ਤਾਂ ਕੌਣ ਬੇਸਿਕਲੀ ਉਦੋਂ ਤੱਕ ਹੈਡ ਆਫ ਸਟੇਟ ਰਿਹਾ ਜਦੋਂ ਤੱਕ ਭਾਰਤ ਫੁੱਲ ਰਿਪਬਲਿਕ ਨਹੀਂ ਬਣ ਗਿਆ? that is किंग जॉर्ज 6, किंग जॉर्ज 6। नेक्स्ट क्वेश्चन, मैच द फॉलोइंग्स, ठीक है। नेक्स्ट क्वेश्चन साडे कोल थोड़ा जिहा चंगे लेवल दा होर इंक्रीज हो गया। ਆਪਾਂ ਮੈਚ ਦਾ ਫੋਲੋਇੰਗ ਕਰਨੇ ਆ। ਸਾਡੇ ਕੋਲ ਕੁਝ ਇਵੈਂਟਸ ਦਿੱਤੇ ਗਏ ਨੇ, ਉਹਨਾਂ ਦੇ ਨਾਲ ਦਿੱਤੇ ਗਏ ਨੇ ਈਅਰਸ। ਤਾਂ ਆਪਾਂ ਈਅਰਸ ਨੂੰ ਮੈਚ ਕਰਨਾ ਹੈ ਕਿ ਕਿਹੜੇ ਕਰੈਕਟ ਹੈ ਕਿਹੜੇ ਇਨਕਰੈਕਟ ਹੈ, ਕਿਹੜੇ ਕਰੈਕਟ ਹੈ ਕਿਹੜੇ ਇਨਕਰੈਕਟ ਹੈ। ਤਾਂ ਸਾਡੇ ਕੋਲ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਆਪਾਂ ਨੋਟ ਕਰੈਕਟ ਵਾਲੇ ਦੱਸਨੇ ਕਿ ਕਿਹੜੇ ਗਲਤ ਨੇ ਕਿਹੜੇ ਗਲਤ ਨੇ। ਤਾਂ ਦੇਖੋ ਸਭ ਤੋਂ ਪਹਿਲਾਂ ਚੰਪਾਰਨ ਸੱਤਿਆਗ੍ਰਹਿ ਦੀ ਗੱਲ ਕਰਾਂ ਤਾਂ 1917 ਦੇ ਵਿੱਚ ਹੋਇਆ। ਇਹ ਮਹਾਤਮਾ ਗਾਂਧੀ ਜੀ ਦੀ ਜ਼ਿੰਦਗੀ ਦਾ ਪਹਿਲਾ ਸੱਤਿਆਗ੍ਰਹਿ ਸੀਗਾ ਜਦੋਂ ਮਹਾਤਮਾ ਗਾਂਧੀ ਜੀ ਸਾਊਥ ਅਫਰੀਕਾ ਤੋਂ ਲਾਅ ਪ੍ਰੈਕਟਿਸ ਕਰਕੇ ਭਾਰਤ ਆਏ ਸੀ 1915 ਦੇ ਵਿੱਚ। ਉਸ ਤੋਂ ਬਾਅਦ ਮਹਾਤਮਾ ਗਾਂਧੀ ਜੀ ਨੇ ਜਿਹੜਾ ਪਹਿਲਾ ਸੱਤਿਆਗ੍ਰਹਿ ਇੰਡੀਆ ਦੇ ਵਿੱਚ ਚਲਾਇਆ ਉਹ ਸੀਗਾ ਇਹ 1917 ਦਾ ਚੰਪਾਰਨ ਸੱਤਿਆਗ੍ਰਹਿ, ਠੀਕ ਹੈ। ਤਾਂ ਇਹ ਬਿਲਕੁਲ ਕਰੈਕਟ ਹੈਗਾ। ਉਸ ਤੋਂ ਬਾਅਦ ਖੇੜਾ ਸੱਤਿਆਗ੍ਰਹਿ ਦੀ ਅਗਰ ਮੈਂ ਗੱਲ ਕਰਾਂ ਤਾਂ ਖੇੜਾ ਸੱਤਿਆਗ੍ਰਹਿ 1917 ਦੇ ਵਿੱਚ ਹੀ ਹੋਇਆ ਸੀਗਾ, ਇਹ 1918 ਦੇ ਵਿੱਚ ਨਹੀਂ ਹੋਇਆ ਸੀਗਾ। ਤਾਂ ਖੇੜਾ ਸੱਤਿਆਗ੍ਰਹਿ ਦਾ ਈਅਰ ਇੱਥੇ ਗਲਤ ਦਿੱਤਾ ਗਿਆ ਹੈਗਾ, ਇਹ ਇਨਕਰੈਕਟ ਹੋ ਜਾਊਗਾ। ਉਸ ਤੋਂ ਬਾਅਦ ਅਹਿਮਦਾਬਾਦ ਮਿਲ ਸਟ੍ਰਾਈਕ ਦੀ ਗੱਲ ਕਰਾਂ ਤਾਂ ਇਹ 1918 ਦੇ ਵਿੱਚ ਹੀ ਹੋਈ ਸੀਗੀ, ਇਹ ਬਿਲਕੁਲ ਕਰੈਕਟ ਹੈ। ਉਸ ਤੋਂ ਬਾਅਦ ਰੌਲਟ ਐਕਟ ਦੀ ਗੱਲ ਕਰੀਏ ਤਾਂ ਰੌਲਟ ਐਕਟ ਵੀ 1919 ਦੇ ਵਿੱਚ ਹੀ ਆਇਆ ਸੀਗਾ। ਰੌਲਟ ਐਕਟ ਦੇ ਵਿੱਚ 1919 ਦੇ ਵਿੱਚ ਹੀ ਆਇਆ ਸੀਗਾ। ਤਾਂ ਇੱਥੇ ਸਾਡੇ ਕੋਲ ਇੱਕ ਹੀ ਇਨਕਰੈਕਟ ਹੈਗਾ, ਨੋਟ ਕਰੈਕਟ ਹੈਗਾ। ਆਪਾਂ ਨੋਟ ਕਰੈਕਟ ਹੀ ਦੱਸਣਾ ਤਾਂ 2 ਆਪਣੇ ਕੋਲ ਨੋਟ ਕਰੈਕਟ ਹੈ। ਤਾਂ ਓਨਲੀ 2 ਸਾਡਾ ਇੱਥੇ ਆਂਸਰ ਨਿਕਲ ਕੇ ਆਏਗਾ, ਓਨਲੀ 2 ਸਾਡਾ ਇੱਥੇ ਆਂਸਰ ਨਿਕਲ ਕੇ ਆ ਜਾਂਦਾ ਹੈਗਾ। ਕਲੀਅਰ ਜੀ। ਚਲਿਏ ਅਗਲੇ ਕੁਐਸਚਨ ਵੱਲ ਚੱਲਦੇ ਹਾਂ, ਠੀਕ ਹੈ। चलो जी, नेक्स्ट क्वेश्चन साडा आ गया अगेन गुड लेवल क्वेश्चन। Many local struggles emerged during the non-cooperation movement, which gave definition to spirit of defense at the regional level to the national struggle. Which of the below movement are correctly matched with the given local cause? ठीक है, इन्हां दे विचों किहड़ी मूवमेंट जिहड़ी हैगी है वो बिल्कुल करैक्ट दित्ती गई है कि कारण दे नाल, ठीक है। कि बेसिकली एक मूवमेंट का नाम दिता गया है, वो बेसिकली उस मूवमेंट का कॉज की सीगा, कारण की सीगा या उसदा पर्पस की सीगा, ऑब्जेक्टिव की सीगा, इत्थे दस्सिया गया। तो सब तो पहला सिख एगिटेशन, सिखां दा विरोध करना फॉर द रिमूवल ऑफ महंत इन पंजाब। यस, सिख एगिटेशन बिल्कुल होया सीगा कि पंजाब दे विच जिहड़े महंत सीगे इन्हां नूं रिमूव कीता जावे, पंजाब दे विच जिहड़े महंत सीगे इन्हां नूं रिमूव कीता जावे। क्लीयर। उस तो बाद सेकंड एका मूवमेंट की गल करिए ड्यू टू ऑपरेशन ऑफ ठेकेदार्स हु वर इंटरेस्टेड टू कलैक्ट हाई रेंट्स। इदां दे कई ठेकेदार सीगे जिहड़े कि लोकां तो हाई टैक्स वसूल करदे सीगे, इन्हां दे उत्ते रोक लगाई जावे, ठीक है। ਤਾਂ बेसिकली एका मूवमेंट इस दे चलदे आई सीगी। उस तो बाद अवध किसान मूवमेंट दैट इज ड्यू टू द एक्सऑर्बिटेंट रेंट्स, इलीगल लीव्स एंड रिन्यूअल फीस दैट हैड मेड लाइफ टफ फॉर पीजेंट्स। ਤਾਂ बेसिकली
ਬੇਸਿਕਲੀ ਜਿਹੜੇ ਪੀਜ਼ੈਂਟ ਸੀਗੇ, ਜਿਹੜੇ ਕਿ ਗਰਾਊਂਡ ਲੈਵਲ ਤੇ ਜਾ ਕੇ ਖੇਤੀ ਕਰਦੇ ਸੀ, ਵਰਕ ਕਰਦੇ ਸੀਗੇ, ਵਰਕਰ ਸੀਗੇ, ਮਜ਼ਦੂਰ ਸੀਗੇ, ਉਹਨਾਂ ਦੀ ਜ਼ਿੰਦਗੀ ਬਹੁਤ ਦੁਰਬਲ ਹੋ ਗਈ ਸੀਗੀ, ਠੀਕ ਹੈ, ਬਹੁਤ ਟਫ ਹੋ ਗਈ ਸੀਗੀ, ਕਿਉਂਕਿ ਬੇਸਿਕਲੀ ਬਹੁਤ ਜ਼ਿਆਦਾ ਰੈਂਟ ਉਹਨਾਂ ਤੋਂ ਲਗਾਏ ਜਾਂਦੇ, ਉਹਨਾਂ ਤੇ ਇਲੀਗਲ ਚਾਰजेस ਉਹਨਾਂ ਤੇ ਲਗਾ ਦਿੱਤੇ ਜਾਂਦੇ, ਨਵੀਆਂ ਫੀਸਿਸ ਉਹਨਾਂ ਤੇ ਲਗਾ ਦਿੱਤੀਆਂ ਜਾਂਦੀਆਂ। ਤਾਂ ਇਸੇ ਦਾ ਕਾਜ਼ ਸੀਗਾ, ਇਸੇ ਦੇ ਚਲਦੇ ਇਹਨਾਂ ਚੀਜ਼ਾਂ ਦੇ ਖਿਲਾਫ ਇੱਕ ਮੂਵਮੈਂਟ ਲਾਂਚ ਕੀਤੀ ਗਈ ਸੀ, ਜਿਸ ਦਾ ਨਾਂ ਸੀਗਾ ਅਵਧ ਕਿਸਾਨ ਮੂਵਮੈਂਟ। ਅਵਧ ਕਿਸਾਨ ਮੂਵਮੈਂਟ। ਤਾਂ ਤਿੰਨੋਂ ਹੀ ਸਾਡੇ ਕੋਲ ਬਿਲਕੁਲ ਕਰੈਕਟ ਸਟੇਟਮੈਂਟਸ ਨੇ। ਤਾਂ ਮੈਂ ਕਹੂੰਗਾ all of the above, all of the above, मैं इत्थे कहूँगा all of the above, क्योंकि तीनों ही साडे कोल करेक्ट ऑप्शंस ने, करेक्ट ऑप्शन साडे कोल तीनों ही निकल के आंदियां ने। चलो जी अगे चलते हैं। नेक्स्ट साडे कोल हैगा क्वेश्चन नंबर 8। भगत सिंह एंड BK दत्त threw a bomb in the Central Legislative Assembly on the 8th of April 1929 as a protest to which of the following bill act। हाँ जी, क्वेश्चन की कह रहे हैं कि भगत सिंह ने ਤੇ BK दत्त ने, ਇਹਨਾਂ ਦੋਨਾਂ ਨੇ ਮਿਲ ਕੇ 8 ਅਪ੍ਰੈਲ 1929 ਦੇ ਵਿੱਚ, ਠੀਕ ਹੈ, ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਸੈਂਟਰਲ ਵਿਧਾਨ ਸਭਾ ਦੇ ਵਿੱਚ ਬੰਬ ਸਿੱਟਿਆ ਸੀਗਾ। ਉਹ ਬੰਬ ਬੇਸਿਕਲੀ ਕਿਸ ਚੀਜ਼ ਦੇ, ਕਿਹੜੇ ਬਿੱਲ ਦੇ ਵਿੱਚ, ਕਿਹੜੇ ਐਕਟ ਦੇ ਅਗੇਂਸਟ ਪ੍ਰੋਟੈਸਟ ਕਰਨ ਲਈ ਇਹਨਾਂ ਨੇ ਉਹ ਬੰਬ ਜਿਹੜਾ ਸੀਗਾ ਉਹ ਸਿੱਟਿਆ ਸੀਗਾ, ਠੀਕ ਹੈ। ਰੌਲਟ ਐਕਟ, ਪਬਲਿਕ ਸੇਫਟੀ ਬਿੱਲ, ਵੁਡਸ ਬਿੱਲ, ਨਨ ਆਫ ਦੀ ਅਬਵ। ਤਾਂ ਬੇਸਿਕਲੀ ਅਗਰ ਮੈਂ ਗੱਲ ਕਰਾਂ, ਭਗਤ ਸਿੰਘ ਬਾਰੇ ਤੁਸੀਂ ਪੜ੍ਹਿਆ ਹੋਊਗਾ, BK ਦੱਤ ਬਾਰੇ ਤੁਸੀਂ ਪੜ੍ਹਿਆ ਹੋਊਗਾ, ਮੂਵੀਜ਼ ਦੇਖੀਆਂ ਹੋਣਗੀਆਂ ਭਗਤ ਸਿੰਘ ਬਾਰੇ, ਤਾਂ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਇੱਕ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਜਾਂਦਾ ਹੈਗਾ, ठीक है। उस टाइम ते एक सरकार एक बिल लेके आंदी है, उस बिल के खिलाफ इत्थे एक्ट जिहड़ा हैगा और जिहड़ा बंब जिहड़ा हैगा सुट्टिया जांदा है। तां किहड़ा बिल सीगा? ये सीगा पब्लिक सेफ्टी बिल, ये सीगा पब्लिक सेफ्टी बिल। तो पब्लिक सेफ्टी बिल बेसिकली इत्थे लेके आंदी सरकार। पब्लिक सेफ्टी बिल दा जिहड़ा मेन मैटर सीगा कि जिहड़े कम्युनिस्ट सीगे, ठीक है, मेनली टू स्टॉप द कम्युनिस्ट मूवमेंट इन इंडिया बाय कटिंग इट ऑफ फ्रॉम द ब्रिटिश एंड फॉरेन कम्युनिस्ट ऑर्गेनाइजेशन। क्लियर? इंडिया दे विच बेसिकली जिहड़ी कम्युनिस्ट मूवमेंट हैगी उहनूं स्टॉप किया जाए, ठीक है। तो ब्रिटिश ते फॉरेन या वैसटर्न कंट्रीज़ दे जिहड़ा कम्युनिज्म चल रहा हैगा ਉਹ ਆਰਗੇਨਾਈਜੇਸ਼ਨਸ ਨੇ ਉਹਨਾਂ ਤੋਂ ਇੰਡੀਆ ਨੂੰ ਅਲੱਗ ਕਰ ਦਿੱਤਾ ਜਾਵੇ। ਤਾਂ ਇਸ ਤੇ ਚੱਲਦੇ ਪਬਲਿਕ ਸੇਫਟੀ ਬਿੱਲ ਇੱਥੇ ਸਰਕਾਰ ਲੈ ਕੇ ਆਈ ਸੀਗੀ, ਉਸ ਦੇ ਖਿਲਾਫ ਇੱਥੇ ਬੰਬ ਸਿੱਟਿਆ ਗਿਆ ਸੀਗਾ, ਬੰਬ ਸਿੱਟਿਆ ਗਿਆ ਸੀਗਾ। ਨੈਕਸਟ ਕੁਐਸਚਨ ਦੇ ਵਿੱਚ ਚੱਲਦੇ ਆ ਆਪਾਂ। ਵਿਚ ਵਨ ਆਫ ਦਾ ਫੋਲੋਇੰਗ ਹੈਡ ਡਰਾਫਟਡ ਦਾ ਫੰਡਾਮੈਂਟਲ ਰਾਈਟਸ ਰੈਜ਼ੋਲੂਸ਼ਨ ਐਟ ਦਾ ਕਰਾਚੀ ਸੈਸ਼ਨ ਆਫ 1931। ਦੇਖੋ ਜੀ, ਇਹਨਾਂ ਦੇ ਵਿੱਚੋਂ ਕੀ ਨੇ, ਇਹਨਾਂ ਦੇ ਵਿੱਚੋਂ ਕਿਹੜੇ ਪਰਸਨੈਲਿਟੀ ਨੇ, ਚਾਰ ਨਾਮ ਨੇ ਆਪਣੇ ਕੋਲ, ਇਹਨਾਂ ਦੇ ਵਿੱਚੋਂ ਕਿਹੜੀ ਪਰਸਨੈਲਿਟੀ ਨੇ 1931 ਦੇ ਕਰਾਚੀ ਸੈਸ਼ਨ ਦੇ ਵਿੱਚ, ठीक है, फंडामेंटल राइट्स रेजोल्यूशन ਨੂੰ ਡਰਾਫਟ ਕੀਤਾ ਸੀਗਾ, ਫੰਡਾਮੈਂਟਲ ਰਾਈਟਸ ਰੈਜ਼ੋਲੂਸ਼ਨ ਨੂੰ ਡਰਾਫਟ ਕੀਤਾ ਸੀਗਾ। ਕਲੀਅਰ? ਤਾਂ 1931 ਦੇ ਵਿੱਚ ਇਹ ਜਿਹੜਾ ਸੈਸ਼ਨ ਹੋ ਰਿਹਾ ਸੀਗਾ, ਇਸ ਦੇ ਜਿਹੜੇ ਹੈੱਡ ਸੀਗੇ ਕਰਾਚੀ ਸੈਸ਼ਨ ਦੇ, ਉਹ ਸੀਗੇ ਪਟੇਲ ਸਾਹਿਬ, ਸਰਦਾਰ ਵੱਲਭ ਭਾਈ ਪਟੇਲ ਇਸ ਦੇ ਹੈੱਡ ਸੀਗੇ, ਪ੍ਰੈਜ਼ੀਡੈਂਟ ਸੀਗੇ, ਇਹਨਾਂ ਦੀ ਕਮਾਂਡ ਦੇ ਵਿੱਚ ਹੋ ਰਿਹਾ ਸੀਗਾ। ਬਟ ਇਸ ਸੈਸ਼ਨ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ, ਪੰਡਿਤ ਜਵਾਹਰ ਲਾਲ ਨਹਿਰੂ ਜੀ ਜਿਹੜੇ ਸੀਗੇ, ਇਹਨਾਂ ਨੇ ਡਰਾਫਟ ਕੀਤਾ ਸੀਗਾ ਇਹ ਫੰਡਾਮੈਂਟਲ ਰਾਈਟਸ ਰੈਜ਼ੋਲੂਸ਼ਨ, ਇਹਨਾਂ ਨੇ ਡਰਾਫਟ ਕੀਤਾ ਸੀਗਾ। ਬਟ ਉਸ ਤੋਂ ਬਾਅਦ ਚ ਇਹਨੂੰ ਰੀਡਰਾਫਟ ਵੀ ਕੀਤਾ ਗਿਆ ਸੀਗਾ, ਕੁਝ ਚੇਂਜਸ ਹੋਏ ਸੀਗੇ। ਬਟ ਇਨੀਸ਼ੀਅਲੀ ਜਿਹੜਾ ਡਰਾਫਟ ਕੀਤਾ ਗਿਆ ਸੀਗਾ, ਇਹ ਕੀਤਾ ਗਿਆ ਸੀਗਾ JL ਨਹਿਰੂ ਦੇ ਦੁਆਰਾ, JL ਨਹਿਰੂ ਦੇ ਦੁਆਰਾ ਇਨੀਸ਼ੀਅਲੀ ਇਸ ਨੂੰ ਡਰਾਫਟ ਕੀਤਾ ਗਿਆ ਸੀਗਾ, ਇਹਨੂੰ ਡਰਾਫਟ ਕੀਤਾ ਗਿਆ ਸੀਗਾ। ਬਟ ਉਸ ਤੋਂ ਬਾਅਦ ਕਈ ਬੰਦਿਆਂ ਨੇ ਇਸ ਨੂੰ ਚੇਂਜ ਕੀਤਾ, मतलब रीड्राफ्ट किया। चलो अगले क्वेश्चन ते आने। अगला क्वेश्चन की साडे कोल, हु वाज द प्रेसिडेंट ऑफ द लखनऊ सेशन ऑफ इंडियन नेशनल कांग्रेस इन 1916। 1916 ਦੇ ਵਿੱਚ ਜਿਹੜਾ ਲਖਨਊ ਸੈਸ਼ਨ ਹੋਇਆ ਇੰਡੀਅਨ ਨੈਸ਼ਨਲ ਕਾਂਗਰਸ ਦਾ, ਇਸ ਦੇ ਪ੍ਰੈਜ਼ੀਡੈਂਟ ਕੌਣ ਸੀਗੇ? ਅਗੇਨ ਅ ਵੈਰੀ ਗੁੱਡ ਕੁਐਸਚਨ, ਮੈਂ ਤੁਹਾਨੂੰ ਹੁਣੇ ਸਾਰੇ ਦੱਸੇ ਵੀ ਸੀਗੇ, ਅਗਰ ਤੁਹਾਨੂੰ ਯਾਦ ਹੈਗਾ ਤਾਂ ਆਪਾਂ ਪੜ੍ਹੇ ਸੀਗੇ ਸਾਰੇ। ਤਾਂ ਚਾਰ ਨਾਮ ਨੇ ਆਪਣੇ ਕੋਲ, ਮੁਹੰਮਦ ਅਲੀ ਜਿੰਨਾ, ਅੰਬਿਕਾ ਚਰਨ ਮਜ਼ੂਮਦਾਰ, ਮਦਨ ਮੋਹਨ ਮਲਵੀਆ, NA ਬਸੰਤ। ਤਾਂ ਦੇਖੋ 1916 ਦਾ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਿਹੜਾ ਲਖਨਊ ਸੈਸ਼ਨ ਸੀਗਾ, ਇਸ ਨੂੰ ਚੇਅਰ ਕੀਤਾ ਸੀਗਾ ਅੰਬਿਕਾ ਚਰਨ ਮਜ਼ੂਮਦਾਰ ਨੇ, ਅੰਬਿਕਾ ਚਰਨ ਮਜ਼ੂਮਦਾਰ ਜੀ ਨੇ ਇਹਨੂੰ ਹੈਡ ਕੀਤਾ ਸੀਗਾ, ਅੰਬਿਕਾ ਚਰਨ ਮਜ਼ੂਮਦਾਰ। क्लियर? नेक्स्ट क्वेश्चन, तो नेक्स्ट क्वेश्चन अगेन आ PPSC लेवल क्वेश्चन, आ वेरी गुड क्वेश्चन, ठीक है। थोड़ा सा क्वेश्चन का लेवल फिर तो चंगा आया। साडा 11वां क्वेश्चन, कंसीडर द फॉलोइंग स्टेटमेंट्स विद रिस्पेक्ट टू द राश बिहारी बोस। राश बिहारी बोस ਨੂੰ ਲੈ ਕੇ ਇੱਥੇ ਦੋ ਸਟੇਟਮੈਂਟਸ ਦਿੱਤੀਆਂ ਗਈਆਂ ਨੇ। ਹੀ assassinated Dalhousie, the then governor general of India। second statement is he was प्राइम मोटिव बिहाइंड द दिल्ली लाहौर कॉन्स्पिरेसी केस। देखो दिल्ली लाहौर कॉन्स्पिरेसी केस होंदा हैगा, इस केस दे विच बेसिकली जिहड़ा माइंड सीगा ਉਹ राश बिहारी बोस ही सीगे। ਇਹਨਾਂ ਨੇ ਕੀ ਕੀਤਾ ਸੀਗਾ, ਬਸਵੰਤ ਬਿਸਵਾਸ ਇੱਕ ਬੱਚੇ ਨੂੰ ਇੱਕ ਲੇਡੀ ਦਾ ਰੂਪ ਦੇ ਕੇ ਉਹਨਾਂ ਨੂੰ ਹਿਊਮਨ ਬੰਬ ਪਹਿਨਾ ਕੇ ਲਾਰਡ ਹਾਰਡਿੰਜ ਉਹਨਾਂ ਦੇ ਬੇਸਿਕਲੀ ਜਦੋਂ ਆ ਰਹੇ ਸੀਗੇ ਉੱਥੇ ਜਾ ਕੇ ਖੜਾ ਕਰਤਾ, ਉਦੋਂ ਬੰਬ ਬਲਾਸਟ ਹੋਇਆ ਤਾਂ ਹਾਰਡਿੰਜ ਨੂੰ ਬਹੁਤ ਸਾਰੀਆਂ ਚੋਟਾਂ ਲੱਗੀਆਂ, ਬਹੁਤ ਸਾਰੀਆਂ ਸੱਟਾਂ ਹਾਰਡਿੰਜ ਨੂੰ ਲੱਗੀਆਂ। ਤਾਂ ਪਹਿਲੀ ਚੀਜ਼ ਡਲਹੌਜ਼ੀ ਨਹੀਂ, ਹਾਰਡਿੰਜ ਦੀ ਗੱਲ ਹੁੰਦੀ ਹੈ, ਠੀਕ ਹੈ। ਤਾਂ ਲਾਰਡ ਹਾਰਡਿੰਜ ਸੀਗੇ ਉਸ ਟਾਈਮ ਤੇ, ਤਾਂ ਪਹਿਲੀ ਸਟੇਟਮੈਂਟ ਇਨਕਰੈਕਟ ਹੈਗੀ ਹੈ।
ठीक है। एंड यस ही वाज द प्राइम मोटिव बिहाइंड द दिल्ली लाहौर कॉन्स्पिरेसी केस, इसको दिल्ली लाहौर कॉन्स्पिरेसी केस कहा जाता है। तो सेकंड स्टेटमेंट ਜਿਹੜਾ ਸਾਡਾ ਹੈਗਾ ਉਹ ਕਰੈਕਟ ਹੈਗਾ, ਤਾਂ ਅਸੀਂ ਕਰੈਕਟ ਹੀ ਦੱਸਣਾ ਸੀਗਾ। ਤਾਂ 2 ਓਨਲੀ ਸਾਡਾ ਇੱਥੇ ਆਨਸਰ ਨਿਕਲ ਕੇ ਆਏਗਾ, 2 ਓਨਲੀ ਸਾਡਾ ਇੱਥੇ ਆਨਸਰ ਨਿਕਲ ਕੇ ਆਂਦਾ ਹੈਗਾ, 2 ਓਨਲੀ ਸਾਡਾ ਇੱਥੇ ਆਨਸਰ ਨਿਕਲ ਕੇ ਆਂਦਾ ਹੈਗਾ। ਰਾਸ਼ ਬਿਹਾਰੀ ਬਾਸ ਦੀ ਗੱਲ ਕਰੀਏ ਤਾਂ ਇੱਕ ਇੰਡੀਅਨ ਰੈਵੋਲੂਸ਼ਨਰੀ ਸੀਗੇ ਜਿਨ੍ਹਾਂ ਦਾ ਜਨਮ ਸੁਭਾਲਦਾਹਾ ਵਿਲੇਜ ਦੇ ਵਿੱਚ ਹੋਇਆ ਸੀਗਾ ਵੈਸਟ ਬੰਗਾਲ ਦੇ ਵਿੱਚ 1886 ਦੇ ਵਿੱਚ। ਇਹ ਦੇਹਰਾਦੂਨ ਫੋਰੈਸਟ ਰਿਸਰਚ ਇੰਸਟੀਚਿਊਟ ਦੇ ਵਿੱਚ ਕਲੈਰੀਕਲ ਨੌਕਰੀ ਕਰਦੇ ਸੀਗੇ। ਉਸ ਤੋਂ ਬਾਅਦ ਰੈਵੋਲੂਸ਼ਨਰ ਆਈਡੀਆਜ਼ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਧਿਆਨ ਗਿਆ, ਰੈਡੀਕਲ ਮੂਵਮੈਂਟਸ ਦੇ ਵੱਲ ਇਹਨਾਂ ਨੇ ਹਿੱਸਾ ਲਿੱਤਾ, ਠੀਕ ਹੈ। ਤੇ ਇਹ ਜਤਿਨ ਮੁਖਰਜੀ ਦੀ ਕਮਾਂਡ ਦੇ ਵਿੱਚ ਆਏ, ਉਹਨਾਂ ਦੇ ਵਿੱਚ ਆਏ, ਉਹਨਾਂ ਦੇ ਨਾਲ ਮਿਲੇ, ਅੱਗੇ ਵਧੇ। ਉਸ ਤੋਂ ਬਾਅਦ ਇਹਨਾਂ ਨੇ 23 ਦਸੰਬਰ 1912 ਨੂੰ ਇਹਨਾਂ ਨੇ ਬੇਸਿਕਲੀ ਦਿੱਲੀ ਦੇ ਵਿੱਚ ਦੇਖਿਆ ਕਿ ਜਿਹੜੇ ਲੋਕ ਜਿਹੜੇ ਨੇ ਉਹ ਇਕੱਠੇ ਹੋਏ ਨੇ ਲਾਰਡ ਹਾਰਡਿੰਜ ਦਾ ਸਵਾਗਤ ਕਰਦੇ ਹੋਏ। ਤਾਂ ਇਹਨਾਂ ਨੇ ਇੱਕ 16 ਸਾਲ ਦੇ ਯੰਗ ਬੱਚੇ ਨੂੰ ਇੱਥੇ ਵੂਮਨ ਦਾ ਪੇਸ ਪਵਾਇਆ ਹੈ, ਬਸੰਤ ਵਿਸ਼ਵਾਸ ਨਾਮ ਸੀਗਾ, ਉਹਨੂੰ ਇੱਕ ਬੰਬ ਬਣਾ ਕੇ ਇਹਨਾਂ ਨੇ ਲਾ ਦਿੱਤਾ, ਹਿਊਮਨ ਬੰਬ ਲਗਾ ਦਿੱਤਾ। ਉਹ ਜਦੋਂ ਬੰਬ ਬਲਾਸਟ ਹੋਇਆ ਤਾਂ ਹਾਰਡਿੰਜ ਦੇ ਬਹੁਤ ਸਾਰੀਆਂ ਚੋਟਾਂ ਲੱਗੀਆਂ, ਬਹੁਤ ਸਾਰੀਆਂ ਸੱਟਾਂ ਲੱਗੀਆਂ, ਬਟ ਉਸ ਤੋਂ ਬਾਅਦ ਇਹ ਵਾਪਸ ਚਲੇ ਗਏ ਤੇ ਵਾਪਸ ਜਾ ਕੇ ਇਹਨਾਂ ਨੇ ਆਪਣਾ ਕੰਮ ਜਿਹੜਾ ਸੀਗਾ ਆਪਣੀ ਜੌਬ ਕੰਟੀਨਿਊ ਕੀਤੀ। ਬਟ ਜਦੋਂ ਪਤਾ ਲੱਗ ਗਿਆ ਕਿ ਇਹਨਾਂ ਬਾਰੇ ਪੋਲ ਖੁੱਲ੍ਹਣ ਲੱਗ ਗਈ ਹੈ, ਹਾਰਡਿੰਜ ਦੇ ਅਟੈਕ ਦੇ ਕੇਸ ਦੇ ਵਿੱਚ ਇਹਨਾਂ ਦਾ ਨਾਂ ਸਾਹਮਣੇ ਆ ਰਿਹਾ ਹੈਗਾ, ਉਸ ਤੋਂ ਬਾਅਦ ਇਹ ਇੰਡੀਆ ਛੱਡ ਕੇ, ਠੀਕ ਹੈ, 1915 ਦੇ ਵਿੱਚ ਚਲੇ ਗਏ ਜਾਪਾਨ, ਤੇ ਜਾਪਾਨ ਚਲੇ ਗਏ। क्लियर, that is राश बिहारी बोस। चलो जी नेक्स्ट क्वेश्चन पे आने हैं, 12th क्वेश्चन ऑफ द डे, दैट इज द विच ऑफ द फॉलोइंग स्टेटमेंट्स आर करेक्ट विद रिस्पेक्ट टू द क्विट इंडिया मूवमेंट। अगला क्वेश्चन साडा क्विट इंडिया मूवमेंट ਨੂੰ ਲੈ ਕੇ ਹੈਗਾ। ਤਾਂ 1942 ਦੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਮੈਟ ਐਟ ਦਾ ढाकी असम एंड रेटिफाइड द क्विट इंडिया रेजोल्यूशन। देखो एलडी ऑल इंडिया कांग्रेस कमेटी की मीटिंग सीगी 1942 ਦੇ ਵਿੱਚ, ठीक है। क्विट इंडिया रेजोल्यूशन ਨੂੰ ਰੈਟੀਫਾਈ ਕਰਨ ਲਈ ਇਹ ਹੋਈ ਸੀਗੀ ਬੰਬੇ ਦੇ ਵਿੱਚ, ਇਹ ਹੋਈ ਸੀਗੀ ਬੰਬੇ ਦੇ ਵਿੱਚ। ਤਾਂ ਪਹਿਲਾ ਸਟੇਟਮੈਂਟ ਇਨਕਰੈਕਟ ਹੈਗਾ। ਉਸ ਤੋਂ ਬਾਅਦ ਸੈਕੰਡ ਸਟੇਟਮੈਂਟ, ਦਾ ਇਮੀਡੀਏਟ ਕਾਜ਼ ਫॉर द मूवमेंट वाज द कोलैप्स ऑफ द क्रिप्स मिशन। यस, क्रिप्स मिशन ਦੇ कोलैप्स ਹੋਣ ਤੇ ਹੀ बेसिकली क्विट इंडिया मूवमेंट ਦੀ ਸ਼ੁਰੂਆਤ ਹੋਈ ਸੀਗੀ। दिस वाज द करेक्ट ऑप्शन। क्लियर, देखो स्टैफर्ड क्रिप्स ब्रिटिश गवर्नमेंट ਦਾ ਇੱਕ ਨੁਮਾਇੰਦਾ, ਇੱਕ ਵਾਰ ਹੈਂਡਲਰ, ਇਹ ਇੰਡੀਆ ਦੇ ਵਿੱਚ ਭੇਜਿਆ ਜਾਂਦਾ ਹੈਗਾ ਕੁਝ ਪ੍ਰਪੋਜ਼ਲਸ ਨੂੰ ਲੈ ਕੇ, ਜਿਹਨੂੰ ਕ੍ਰਿਪਸ ਮਿਸ਼ਨ ਜਾਂ ਕ੍ਰਿਪਸ ਪ੍ਰਪੋਜ਼ਲ ਮਿਸ਼ਨ ਵੀ ਕਿਹਾ ਜਾਂਦਾ ਹੈਗਾ। ਇੰਡੀਆ ਦੇ ਵਿੱਚ ਆਉਂਦਾ ਭਾਰਤ ਸਰਕਾਰ ਨਾਲ ਕੁਝ ਐਗਰੀਮੈਂਟ ਕਰਨ ਵਾਸਤੇ, ਭਾਰਤ ਸਰਕਾਰ ਨਾਲ ਕੁਝ ਸਮਝੌਤੇ ਕਰਨ ਵਾਸਤੇ। ਤੁਹਾਨੂੰ ਪਤਾ ਹੋਵੇਗਾ ਉਸ ਟਾਈਮ ਤੇ ਚੱਲ ਰਿਹਾ ਸੀਗਾ ਵਰਲਡ ਵਾਰ 2 ਤੇ ਬ੍ਰਿਟਿਸ਼ਰ ਚਾਹੁੰਦੇ ਸੀਗੇ ਕਿ ਇੰਡੀਅਨਸ ਵੀ ਸਾਡੀ ਹੈਲਪ ਕਰਨ ਵਰਲਡ ਵਾਰ 2 ਦੇ ਵਿੱਚ। ਤਾਂ ਬਟ और इंडियंस हेल्प क्यों करन, तो इसे दे चलते हुए क्रिप्स मिशन भेजा गया भारत। ये इंडिया वास्ते कुछ प्रपोजल लेके आया कि इंडिया अगर यूके की हेल्प करते हैं वॉर दे विच, ठीक है, वॉर नू शांत करने विच हेल्प करते हैं, तो इत्थे ये कुछ गिफ्ट्स जड़े ने, कुछ प्रपोजल्स जड़े ने ये इंडिया वास्ते रखे जा रहे हैं, इंडिया नू चीज़ां दित्तियां जाणगीआं। तो इंडिया वास्ते डोमिनियन स्टेटस दिता जाऊगा, इदां दी कई डिमांड्स रखियां गईयां। बट इंडिया की जांदा सीगा पूर्ण स्वराज, ठीक है, जिस दिन गढ़ जिहड़ा सीगा शुरू हो चुकिया सीगा। तो इस करके क्रिप्स मिशन दे कोलैप्स होने ते इत्थे क्विट इंडिया मूवमेंट की शुरुआत हुई सीगी। दैट इज द सेकंड स्टेटमेंट इज द करेक्ट ओनली, सेकंड स्टेटमेंट इज टोटली करेक्ट। क्लियर, सेकंड स्टेटमेंट इज टोटली करेक्ट। चलो जी आगे चलते हैं। नेक्स्ट क्वेश्चन, महात्मा गांधी's remarks a post dated check on a crumbling bank is regarding the proposal of dash। महात्मा गांधी जी ने एक स्टेटमेंट दी सी, अ पोस्ट डेटेड चैक ऑन अ क्रम्बलिंग बैंक। देखो पोस्ट डेटेड चैक की हुंदा हैगा, पोस्ट डेटेड चैक की हुंदा हैगा, सब तो पहला क्लीयर कर दा। देखो साडे कोल जेडे चैक हुंदे हैं ना, चैक मतलब बैंक दे विच जेडे जाके चैक आपां लगा के पैसे कढाने ओनू आपां चैक जिहनूं कहंदे आ, वो चैक दे उत्ते जेहड़ी एक डेट हुंदी है, ठीक है। मान लो अज तुसी किसी बंदे नूं चैक दिता बट उहदे विच तरीक पाती 15 दिन बाद दी, महीना बाद दी, मतलब वो चैक की है पोस्ट डेटेड चैक है, यानी कि पोस्ट फ्यूचर की डेट पई हुई है, पोस्ट डेट जिहड़ी आने वाली तरीक है उहदे ते पई हुई है, हाले वो तरीक आई नहीं है। तो इनू कहते हैं पोस्ट डेटेड चैक। तो पोस्ट डेटेड चैक अपनी तरीक आने तो पहला इनकैश नहीं हो सकता, ठीक है। पोस्ट डेटेड चैक जिहड़ा हुंदा है वो अपनी तरीक आने तो पहला इनकैश नहीं हो सकता। तो महात्मा गांधी जी ने क्रिप्स परमिशन के जिहड़े प्रपोजल सीगे उन्होंने भी कुछ इदां दी उपाधि ही दित्ती कि क्रिप्स मिशन के जिहड़े प्रपोजल ने वो इंडिया वास्ते एक पोस्ट डेटेड चैक की तरह हैगे ने। क्लियर, पोस्ट डेटेड चैक की तरह हैगे ने एंड दैट इज ओनली अ क्रम्बलिंग बैंक, ऑन अ क्रम्बलिंग बैंक, एक फेल्ड बैंक दे विच पोस्ट डेटेड चैक, क्रिप्स मिशन। नेक्स्ट क्वेश्चन, हु कॉल्ड सुभाष चंद्र बोस एज देश नायक। इन्हां दे विचों किहड़े महान लीडर ने सुभाष चंद्र बोस नूं देश नायक दा टाइटल दिता, देश नायक क्या, ठीक है। रविंद्रनाथ टैगोर, महात्मा गांधी, बाल गंगाधर तिलक या लाला लाजपत राय जी। इन्हां दे विचों किहड़े लीडर ने सुभाष चंद्र बोस जी नूं
ਦੇਸ਼ ਨਾਇਕ ਦੀ ਉਪਾਧੀ ਦਿੱਤੀ ਸੀਗੀ ਤਾਂ ਇਹ ਹੋਰ ਕੋਈ ਨਹੀਂ, ਇਹ ਸੀਗੇ ਸਾਡੇ ਆਪਣੇ ਰਵਿੰਦਰਨਾਥ ਟੈਗੋਰ ਜੀ। ਇਹਨਾਂ ਨੇ ਦੇਸ਼ ਨਾਇਕ ਦੀ ਉਪਾਧੀ ਸੁਭਾਸ਼ ਚੰਦਰ ਬੋਸ ਜੀ ਨੂੰ ਦਿੱਤੀ ਸੀਗੀ, ਰਵਿੰਦਰਨਾਥ ਟੈਗੋਰ। ਨੈਕਸਟ ਕੁਐਸਚਨ ਦੇ ਉੱਤੇ ਆਨੇ 15th ਕੁਐਸਚਨ ਆਫ ਦ ਡੇ, ਹੂ ਪ੍ਰੈਸਾਈਡਡ ਓਵਰ ਦਾ ਸੂਰਤ ਸੈਸ਼ਨ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ। ਇੰਡੀਅਨ ਨੈਸ਼ਨਲ ਕਾਂਗਰਸ ਦੇ ਬੇਸਿਕਲੀ ਸੂਰਤ ਸੈਸ਼ਨ ਦੇ ਉੱਤੇ ਕਿਹਨੇ ਚੇਅਰ ਕੀਤਾ ਸੀਗਾ? ਮੈਂ ਆਲਰੇਡੀ ਤੁਹਾਨੂੰ ਦੱਸਿਆ ਸੀਗਾ, ਇਹ ਸੈਸ਼ਨ ਹੋਇਆ ਸੀਗਾ 1907 ਦੇ ਵਿੱਚ, ਠੀਕ ਹੈ 1907 ਦੇ ਵਿੱਚ ਇਹ ਸੈਸ਼ਨ ਹੋਇਆ ਸੀਗਾ ਸੂਰਤ ਸੈਸ਼ਨ। ਇਹ ਫੇਲਡ ਸੈਸ਼ਨ ਸੀਗਾ, ਸਸਪੈਂਡਡ ਸੈਸ਼ਨ ਸੀਗਾ, ਇਸ ਲਈ ਇਸ ਨੂੰ ਯਾਦ ਰੱਖਿਆ ਜਾਂਦਾ ਹੈਗਾ। ਸੂਰਤ ਵਾਲਾ ਸੈਸ਼ਨ ਜਿਹੜਾ ਸੀਗਾ ਇਹ ਸਸਪੈਂਡਡ ਸੈਸ਼ਨ ਸੀਗਾ ਐਂਡ ਇਸ ਨੂੰ ਹੈਡ ਕੀਤਾ ਸੀਗਾ ਰਾਸ਼ ਬਿਹਾਰੀ ਘੋਸ਼ ਨੇ। ਰਾਸ਼ ਬਿਹਾਰੀ ਘੋਸ਼ ਨੇ ਇਸ ਨੂੰ ਹੈਡ ਕੀਤਾ ਸੀਗਾ। ਇਹ ਸਸਪੈਂਡਡ ਸੈਸ਼ਨ ਸੀਗਾ, ਇਹ ਸੈਸ਼ਨ ਜਿਹੜਾ ਸੀਗਾ ਸਸਪੈਂਡਡ ਸੀਗਾ, ਸਸਪੈਂਡ ਕੀਤਾ ਗਿਆ ਸੀ ਇਹਨੂੰ, ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ, ਮੈਂ ਅਗੇਨ ਤੁਹਾਡੇ ਸਾਹਮਣੇ ਇੱਥੇ ਰੱਖਤੇ ਨੇ, ਤੁਸੀਂ ਦੇਖ ਸਕਦੇ ਹੋ ਇੱਥੇ ਇਹਨਾਂ ਸੈਸ਼ਨਸ ਨੂੰ, clear and this is the ਸੂਰਤ ਸੈਸ਼ਨ ਆਫ ਸੈਸ਼ਨ ਸਸਪੈਂਡਡ ਜਿਹੜਾ ਹੋਇਆ ਸੀਗਾ 1907 ਦੇ ਵਿੱਚ, 26-27 ਦਸੰਬਰ 1907 ਦੇ ਵਿੱਚ ਇਹ ਕੰਡਕਟ ਕੀਤਾ ਗਿਆ ਸੀਗਾ। ਹਾਂਜੀ, ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ, ਤੁਹਾਨੂੰ ਪਤਾ ਲੱਗ ਰਿਹਾ ਹੋਵੇਗਾ। 15-16 ਕੁਐਸਚਨ ਆਪਾਂ ਕਰ ਚੁੱਕੇ ਹੈਗੇ ਆ, ਠੀਕ ਹੈ। 9-10 ਕੁਐਸਚਨ ਸਾਡੇ ਰਹਿੰਦੇ ਨੇ। ਕਿਸੇ ਵੀ ਸਟੂਡੈਂਟ ਨੂੰ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਆ ਰਿਹਾ ਹੈਗਾ ਤਾਂ ਪਲੀਜ਼ ਡੋਂਟ ਵਰੀ, ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਕੋਈ ਵੀ ਡਾਊਟ ਤੁਸੀਂ ਪੁੱਛ ਸਕਦੇ ਹੋਗੇ, ਤੁਹਾਡੇ ਹਰ ਇੱਕ ਡਾਊਟ ਦਾ ਸੋਲੂਸ਼ਨ ਕੀਤਾ ਜਾਏਗਾ, ਹਰ ਇੱਕ ਡਾਊਟ ਦਾ ਸੋਲੂਸ਼ਨ ਕੀਤਾ ਜਾਏਗਾ, ਕਲੀਅਰ। ਤਾਂ ਕਲਾਸ ਅਗਰ ਚੰਗੀ ਲੱਗ ਰਹੀ ਹੈ, ਮਜ਼ਾ ਆ ਰਿਹਾ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਹੀਂ ਭੁੱਲਣਾ। ਕਲਾਸ ਨੂੰ ਲਾਈਕ ਕਰ ਦਿਓ ਤਾਂ ਕਿ ਬੇਸਿਕਲੀ ਪਤਾ ਲੱਗਦਾ ਰਹੇ ਕਿ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ, ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈਗੀ ਹੈ। ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰਦੇ ਰਿਹਾ ਕਰੋ। ਚਲੋ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਵੱਲ। ਦਾ 16th ਕੁਐਸਚਨ ਆਫ ਦ ਡੇ, ਦੈਟ ਇਜ਼ ਦਾ ਹੂ ਵਾਸ ਦਾ ਫਰਸਟ ਪ੍ਰੋਪਾਉਂਡਰ ਆਫ ਦਾ ਡਾਕਟ੍ਰਿਨ ਆਫ ਪੈਸਿਵ ਰੈਜ਼ਿਸਟੈਂਸ। ਡਾਕਟ੍ਰਿਨ ਆਫ ਪੈਸਿਵ ਰੈਜ਼ਿਸਟੈਂਸ। ਪੈਸਿਵ ਰੈਜ਼ਿਸਟੈਂਸ ਦਾ ਪਹਿਲਾ ਜਿਹੜਾ ਪ੍ਰੋਪਾਉਂਡਰ ਕੌਣ ਸੀਗਾ? ਬੇਸਿਕਲੀ ਇਟ ਇਜ਼ ਦਾ ਬੁੱਕ ਆਲਸੋ, ਇਟ ਇਜ਼ ਦਾ ਡਾਕਟ੍ਰਿਨ ਆਫ ਪੈਸਿਵ ਰੈਜ਼ਿਸਟੈਂਸ। ਤਾਂ ਇਸ ਦਾ ਜਿਹੜਾ ਪਹਿਲਾ ਪ੍ਰੋਪਾਉਂਡਰ ਕੌਣ ਸੀਗਾ? ठीक है, दैट इज बाल गंगाधर तिलक, अरबिंदो घोष, जी.के. गोखले, M.K. गांधी, मोहनदास करमचंद गांधी। ਤਾਂ ਬੇਸਿਕਲੀ ਅਗਰ ਮੈਂ ਗੱਲ ਕਰਾਂ ਇਸ ਦੀ, ਦੈਟ ਇਜ਼ ਦਾ ਡਾਕਟ੍ਰਿਨ ਆਫ ਪੈਸਿਵ ਰੈਜ਼ਿਸਟੈਂਸ ਦੀ ਗੱਲ ਕਰਾਂ ਤਾਂ ਇਸ ਦਾ ਜਿਹੜੇ ਪਹਿਲੇ ਪ੍ਰੋਪਾਉਂਡਰ ਸੀਗੇ ਇਹਨਾਂ ਦਾ ਨਾਮ ਸੀਗਾ ਔਰੋਬਿੰਦੋ ਘੋਸ਼। ਔਰੋਬਿੰਦੋ ਘੋਸ਼, ਹੀ ਵਾਸ ਦਾ ਫਰਸਟ ਪ੍ਰੋਪਾਉਂਡਰ ਆਫ ਦਾ ਪੈਸਿਵ ਰੈਜ਼ਿਸਟੈਂਸ, ਡਾਕਟ੍ਰਿਨ ਆਫ ਪੈਸਿਵ ਰੈਜ਼ਿਸਟੈਂਸ। नेक्स्ट क्वेश्चन ते ਆਪਾਂ ਆਨੇ ਆ, द रेजोल्यूशन ऑफ क्विट इंडिया मूवमेंट वाज पास्ड इन विच ऑफ द फॉलोइंग सिटी। क्विट इंडिया मूवमेंट ਦੀ ਜਿਹੜੀ ਰੈਜ਼ੋਲੂਸ਼ਨ ਸੀਗੀ ਇਹਨਾਂ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚ ਪਾਸ ਕੀਤੀ ਗਈ ਸੀਗੀ? क्विट इंडिया मूवमेंट ਦੀ ਜਿਹੜੀ ਰੈਜ਼ੋਲੂਸ਼ਨ ਸੀਗੀ, ਠੀਕ ਹੈ, ਕਿ क्विट इंडिया मूवमेंट ਹੋਣੀ ਚਾਹੀਦੀ ਹੈ, ਇਸ ਨੂੰ ਲੈ ਕੇ ਰੈਜ਼ੋਲੂਸ਼ਨ ਇੱਕ ਕ੍ਰਾਂਤੀ ਜਿਹੜੀ ਹੈ ਕਿਹੜੇ ਸ਼ਹਿਰ ਦੇ ਵਿੱਚ ਪਾਸ ਕੀਤੀ ਗਈ ਸੀਗੀ? ਬੰਬੇ, ਕੈਲਕਟਾ, ਮਦਰਾਸ ਜਾਂ ਲਖਨਊ। ਤਾਂ ਇਹ ਬੇਸਿਕਲੀ ਬੰਬੇ ਦੇ ਵਿੱਚ ਪਾਸ ਹੋਈ ਸੀਗੀ, ਇਸ ਗੱਲ ਦਾ ਧਿਆਨ ਰੱਖਿਓ, ਬੰਬੇ ਦੇ ਵਿੱਚ ਇਹਨੂੰ ਪਾਸ ਕੀਤਾ ਗਿਆ ਸੀਗਾ। नेक्स्ट क्वेश्चन अगेन वेरी इंपॉर्टेंट, 18th नंबर क्वेश्चन साडा आ गया है। विच ऑफ द फॉलोइंग स्टेटमेंट्स आर नॉट ट्रू अबाउट द हिंदुस्तान रिपब्लिक एसोसिएशन। आपा नॉट ट्रू दसनी है, नॉट ट्रू। इट वाज फाउंडेड बाय सचिन सन्याल एंड योगेश चंद्र चटर्जी। पहली स्टेटमेंट, यस दे वर द को फाउंडर्स, तो इट इज करेक्ट, ठीक है। हिंदुस्तान रिपब्लिक एसोसीएशन की अगर मैं गल करा तो इत्थे इनू जिहड़ा फाउंड किया सीगा को फाउंडर के तौर पर सचिन सन्याल ते योगेश चंद्र चटर्जी सीगे। उस तो बाद इट वाज फाउंडेड बाय द सचिन सन्याल, ये तो आप पढ़ लिया। इट वाज द फर्स्ट रेवोल्यूशनरी एसोसिएशन एट द ऑल इंडिया लेवल, यस इट इज अगेन करेक्ट। इट वाज द फर्स्ट ऑल इंडिया लेवल ते होने वाली एक रेवोल्यूशनरी एसोसिएशन सीगी। इट वाज रीनेम्ड एज द हिंदुस्तान कम्युनिस्ट रिपब्लिक एसोसिएशन बाय चंद्रशेखर आजाद। देखो चंद्रशेखर आजाद ने बाद च ज्वाइन किया सीगा ते मैं इत्थे गल दसदा कि ਇਹਦਾ ਨਾਮ ਤਾਂ ਚੰਦਰਸ਼ੇਖਰ ਆਜ਼ਾਦ ਨੇ ਹੀ ਬਦਲਿਆ ਸੀਗਾ, ਬਟ ਨਾਮ ਗਲਤ ਦਿੱਤਾ ਹੋਇਆ ਇੱਥੇ। ਇਹਦਾ ਨਾਮ ਸੀਗਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, ਠੀਕ ਹੈ, हिंदुस्तान सोशलिस्ट रिपब्लिक एसोसीएशन। इत्थे वर्ड यूज किया गया कम्युनिस्ट, तो यह स्टेटमेंट जी है इनकरेक्ट हो जाती है। उस तो बाद इट वाज लेटर जॉइंड बाय भगत सिंह, यस इट इज करेक्ट, ठीक है। तो साडा जिहड़ा आपां की दसना सीगा नॉट ट्रू दसना सीगा, तो थर्ड स्टेटमेंट साडी नॉट ट्रू हैगी है, दैट इज 3 ओनली, 3 ओनली साडा इत्थे आंसर आ जाएगा। क्लियर जी, चलो अगे चलते हैं नेक्स्ट क्वेश्चन दे वल। नेक्स्ट 19 नंबर क्वेश्चन, विच ऑफ द फॉलोइंग पार्टीज वर एस्टैब्लिश्ड बाय डॉक्टर बी आर अंबेडकर। इन्हां दे विचों किहड़ी पार्टी सीगी जिन्हों बी आर अंबेडकर साहब ने बनाया सीगा, जिन्हों बी आर अंबेडकर साहब ने बनाया सीगा, ठीक है। तो देखो बी आर अंबेडकर साहब ने इंडिपेंडेंट लेबर पार्टी बनाई सीगी, बी आर अंबेडकर साहब ने इंडिपेंडेंट लेबर पार्टी बनाई सीगी। बी आर अंबेडकर साहब ने ऑल इंडिया शेड्यूल कास्ट फेडरेशन बनाई सीगी, ऑल इंडिया शेड्यूल कास्ट फेडरेशन जिहड़ी सीगी बी आर अंबेडकर ने बनाई सीगी। उस तो बाद अगर मैं पीजेंट एंड वर्कर पार्टी ऑफ इंडिया की गल करां, पीजेंट्स एंड वर्कर पार्टीज ऑफ इंडिया की गल करां, ये बनाई गई सीगी आज़ादी तो बाद 1948 ਦੇ ਵਿੱਚ। 1948 ਦੇ ਵਿੱਚ ਇਹਨੂੰ बी आर अंबेडकर साहब ने नहीं बनाया ਸੀ, ਇਹਨੂੰ नाना पाटिल ਤੇ ਕੁਝ ਹੋਰ ਬੰਦਿਆਂ ਨੇ ਮਿਲ ਕੇ ਬਣਾਇਆ ਸੀਗਾ। नाना पाटिल ਤੇ ਕੁਝ ਹੋਰ ਬੰਦਿਆਂ ਨੇ ਮਿਲ ਕੇ ਇਹਨੂੰ ਬਣਾਇਆ ਸੀਗਾ, दैट इज द
पीजेंट्स एंड द वर्कर पार्टीज ऑफ इंडिया, पीजेंट्स एंड वर्कर पार्टीज ऑफ इंडिया, सो दिस इज इनकरेक्ट हियर। तो अपना आंसर क्या आ जाऊगा, 2 एंड 3, 2 एंड 3, 2 एंड 3 साडा इत्थे आंसर हो जाऊगा। चलो जी अगे चलते हैं। अगला क्वेश्चन वेरी इंपॉर्टेंट, विनायक दामोदर सावरकर, वीर सावरकर का जन्म कदों होया सीगा? वीर सावरकर का जन्म कदों होया सीगा? किहड़े साल दे विच सावरकर साहब पैदा होए सीगे? वीर दामोदर सावरकर का जन्म कदों होया सीगा? बड़ा ही इंपॉर्टेंट क्वेश्चन इत्थे पूछा जा रहा है कि वीर दामोदर सावरकर का जन्म इत्थे कदों होया सीगा, किहड़े ईयर दे विच होया सीगा? एंड अगर मैं गल कਰਾਂ इन्हां दा जन्म होया सी 1883 दे विच, 1883 दे विच सावरकर साहब पैदा होए सीगे। नेक्स्ट क्वेश्चन 21st क्वेश्चन, सिर्फ 5 क्वेश्चन रह चुके ने। तिलक रिगार्डेड दैट स्वराज वाज नॉट ओनली अ राइट बट अ डैश। देखो अगर इत्थे गल करिए तिलक साहब दी तां गंगाधर तिलक साहब ने इत्थे दस्सिया सीगा कि जिहड़ा स्वराज हैगा वो सिर्फ अर्थ राइट नहीं है, क्लियर, और राइट नहीं हैगा, सिर्फ अधिकार नहीं है, बट साडा की हैगा जस्टिस, धर्म, पावर या स्टेटस। तो अगर मैं इत्थे गल करा तो इत्थे इन्होंने एक टाइटल दिता, तिलक साहब ने दर्शाया कि जिहड़ा जस्टिस हैगा, स्वराज जिहड़ा हैगा, ठीक है, स्वराज वाज अ धर्म, स्वराज साडा धर्म है, स्वराज की है साडा धर्म हैगा, ये थाने अनाउंस किया। चलो नेक्स्ट क्वेश्चन ध्यान है गया, हु रिगार्डेड द विलेजेस एज द सेंटर ऑफ इंडियन इकोनॉमिक ऑर्गेनाइजेशन। इन्हां दे विचों किने, इन्हां दे विचों किहड़ी पर्सनैलिटी ने जिहड़े पिंड सीगे इन्हां नूं सेंटर ऑफ इंडियन इकोनॉमिक ऑर्गेनाइजेशन किया कि ये पिंडां दे थ्रू ही तुसीं इकोनॉमी दा विकास कर सकदे हो। पिंड जिहड़े ने ये गढ़ ने इकोनॉमिक ऑर्गेनाइजेशन का विकास करने वास्ते, इकोनॉमिक ऑर्गेनाइजेशन का विकास करने वास्ते। तो ये कोई नहीं, ये साडे राष्ट्रपिता गांधी जी सीगे, गांधी जी ने बेसिकली अनाउंसमेंट किया, तो गांधी जी के अनाउंसमेंट करन ते ही बेसिकली गांधी जी ने टाइटल दिता, ठीक है, इन्होंने रिगार्ड दिता। जिहड़े पिंड जिहड़े ने दे आर द सेंटर ऑफ द इकोनॉमिक ऑर्गेनाइजेशन, सेंटर ऑफ इकोनॉमिक ऑर्गेनाइजेशन गांधी जी। नेक्स्ट 23rd, द रेडिकल डेमोक्रेटिक पार्टी वाज ऑर्गेनाइज्ड बाय। रेडिकल डेमोक्रेटिक पार्टी जिहड़ी हैगी इहनूं किने ऑर्गेनाइज कीता सीगा? रेडिकल डेमोक्रेटिक पार्टी नूं किने ऑर्गेनाइज कीता? साडा नेक्स्ट क्वेश्चन हैगा, हु ऑर्गेनाइज्ड द रेडिकल डेमोक्रेटिक पार्टी? रेडिकल डेमोक्रेटिक पार्टी, रेडिकल डेमोक्रेटिक पार्टी। तो रेडिकल डेमोक्रेटिक पार्टी साडे कोल 4 ऑप्शन ने, लोहिया साहब, एम.एन. रॉय, जयप्रकाश नारायणन, तिलक साहब। तो बेसिकली अगर मैं गल करा रेडिकल डेमोक्रेटिक पार्टी दी, इसकी शुरुआत इन्हों ऑर्गेनाइज किया सीगा एम.एन. रॉय ने, एम.एन. रॉय, ठीक है जी। अगे चलते हैं, नेक्स्ट क्वेश्चन साडे कोल आ चुका है। नेक्स्ट क्वेश्चन की कहता है, जिन्ना साहब की एक थ्योरी सीगी, ठीक है, थ्योरी की जिन्ना साहब कहते सीगे भारत देश का विभाजन, जिन्ना साहब की कहते सीगे भारत देश का विभाजन किया जाए, ठीक है, जिन्ना टू नेशन थ्योरी। तो जिन्ना की जिहड़ी टू नेशन थ्योरी सीगी इनू कदों अडॉप्ट किया गया सीगा? इनू कदों अडॉप्ट किया गया सीगा? 1935 दे विच, 1940 दे विच, 1946 दे विच कि 1947 दे विच? जिन्नास, मोहम्मद अली जिन्ना, इन्हां दी टू नेशन थ्योरी नू कदों अडॉप्ट किया गया सीगा? एंड द थ्योरी वाज अडॉप्टेड ऑन 1940, 1940 दे विच इसनू अडॉप्ट किया गया सीगा, 1940 दे विच इसनू अडॉप्ट किया गया सीगा। नाउ द लास्ट क्वेश्चन ऑफ द डे, ठीक है, हु कंसीडर्ड जिन्ना एज एन एंबेसडर ऑफ हिंदू मुस्लिम यूनिटी। इन्हां दे विचों किहड़े लीडर ने, इन्हां दे विचों किहड़ी पर्सनैलिटी सीगी जिन्हां ने जिन्ना साहब नूं कंसीडर किया एज द एंबेसडर ऑफ द हिंदू मुस्लिम यूनिटी, हिंदू मुस्लिम यूनिटी, क्लियर। तो बहुत ही इंपॉर्टेंट क्वेश्चन आ गया फिर तो अगर मैं इसकी गल करा हिंदू मुस्लिम यूनिटी के एंबेसडर की गल करा तो यह कंसीडर किया सीगा सरोजनी नायडू ने, सरोजनी नायडू जी ने, क्लियर। सरोजनी नायडू जी ने बेसिकली ये कंसीडर किया सीगा कि जिहड़े जिन्ना साहब ने ये हिंदू मुस्लिम यूनिटी के एंबेसडर ने, हिंदू मुस्लिम यूनिटी के अंबैसडर ने, क्लियर। ये सीगा साडा अज दा सैशन जिस दे विच आपां कुछ मोस्ट इंपॉर्टेंट क्वेश्चंस नूं कवर किया हैगा, ठीक है। आई होप तुहानूं सारे क्वेश्चंस चंगे लगे होणगे, क्वेश्चंस दा लेवल वधिया लग्या होएगा, क्लास चंगी लगी होएगी। क्लास अगर चंगी लगी है तो अपने दोस्तां मित्रां नाल शेयर करना नहीं भुलना ते लाइक करना नहीं भुलना। क्लास के दौरान तुहानूं कोई भी डाउट आया है तो तुसीं कमेंट सैक्शन दे विच अपना कोई भी डाउट पुट कर सकदे हो। साडी ਜਿਹੜੀਆਂ क्लासेस ने मंडे टू फ्राइडे 8 वजे शाम नूं तुहानूं ਇਹ क्लास प्रोवाइड की जाती हैगी है, तो रेगुलरली क्लास नूं अटेंड करते रहो, शेयर करते रहो एंड अपना जिहड़ा कॉन्फिडेंस हैगा उसनूं बरकरार रखो, क्योंकि एग्जाम जिहड़े ने बहुत जल्दी कंडक्ट होने वाले ने, एग्जाम जिहड़े ने हुण बहुत जल्दी कंडक्ट इत्थे कीते जाने ने। इस गल दा ध्यान रखते हुए अगे वधदे रहो, अगे वधदे रहो। चलो जी आज दी क्लास नूं इत्थे खत्म करते हैं, मिलांगे नेक्स्ट क्लास दे विच, तद तक दे लई अलविदा। थैंक यू सो मच, टाटा, बाय बाय, टेक केयर।